ਆਦਿ ਨਿਰੰਜਨ ਹੈ ਗੁਰੂ ਨਾਨਕ। ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਬਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰਨਾਥ। ਜੋਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵੜ ਅਗੀ, ਪਾਵ ਹੈ ਗਾਤ ਬੇਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪਤ ਪਾਲਕ, ਨਾਇਕ ਕਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਧਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਕਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਧਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਰਹਾਉ ਓਟ ਪਰਾਧ ਹਮਾਰੇ ਖੰਡਹੁ, ਅਨਕ ਵਿਧि ਸਮਝਾਵਹੁ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵਹੁ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੇ ਮਾਈ ਭਾਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਬੜੇ ਪਿਆਰ ਔਰ ਅਦਬ ਸਤਿਕਾਰ ਦੇ ਨਾਲ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਤੋਂ ਉਪਰੰਤ ਸਾਧ ਸੰਗਤ ਵਿੱਚ ਸੱਜ ਕੇ
ਗੁਰੂ ਮਹਾਰਾਜ ਦੇ ਸਥਾਨ ਦੀ ਚੱਲ ਰਹੀ ਮਰਜ਼ਾਦਾ ਦੇ ਅਨੁਸਾਰ ਜਿੱਥੇ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਹੋਏ ਹਨ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਅਤੇ ਅੰਮ੍ਰਿਤ ਰੂਪ ਪਾਵਨ ਬਾਣੀ ਸ਼੍ਰੀ ਮੁਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਹੋ ਰਹੇ ਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਲਯੁਗ ਜੀਵਾਂ ਦੀ ਕਲਿਆਣ ਵਾਸਤੇ ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗ ਬਾਬੇ ਤਾਰਿਆ, ਸਤਿਨਾਮ ਪੜ੍ਹ ਮੰਤਰ ਸੁਣਾਇਆ। ਯੁਗਾਂ ਯੁਗਾਂ ਦੇ ਵਿੱਚ ਬਹੁਤ ਸਾਰੇ ਅਵਤਾਰ, ਰਿਸ਼ੀ, ਮਹਾਤਮਾ, ਮਹਾਂਪੁਰਖ ਆਏ ਹਨ। ਜਿਵੇਂ ਜਿਵੇਂ ਉਹਨਾਂ ਨੂੰ ਸੇਵਾ ਪਰਮੇਸ਼ਰ ਨੂੰ ਮਿਲੀ ਸੀ ਔਰ ਉਸ ਮੌਕੇ ਦੇ ਮੁਤਾਬਕ ਜਿਗਿਆਸੂਆਂ ਦੀ ਬੁੱਧ ਕੈਸੀ ਸੀ, ਉਹਦੇ ਮੁਤਾਬਕ ਉਹਨਾਂ ਨੂੰ ਉਪਦੇਸ਼ ਦਿੱਤਾ ਜਾਂਦਾ ਸੀ। ਹੁਣ ਕਲਯੁਗ ਦਾ ਜੋ ਸਮਾਂ ਹੈ, ਇਸ ਦੇ ਮੁਤਾਬਕ ਸਤਿਗੁਰਾਂ ਨੇ ਕਿ ਜਿਵੇਂ ਸਤਿਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦ੍ਰਿੜਾ, ਕਲ ਕੇਵਲ ਨਾਮ ਆਧਾਰ। ਇਸ ਵਾਸਤੇ ਸਮੇਂ ਦੇ ਨਾਲ ਜਿਹੋ ਜਿਹੀ ਰੁੱਤ ਹੈ, ਉਹਦੇ ਅਨੁਸਾਰ ਜਿਹੜਾ ਬੀਜ ਬੀਜਿਆ ਜਾਏ ਉਹ ਫਿਰ ਫਲੀਭੂਤ ਹੁੰਦਾ ਹੈ। ਕਲ ਮੈਂ ਮੁਕਤ ਨਾਮ ਤੇ ਪਾਵਤ, ਕਲਯੁਗ ਦੇ ਅੰਦਰ ਜਿਹੜਾ ਮੁਕਤੀ ਦਾ ਸਾਧਨ ਇਹ ਨਾਮ ਸਿਮਰਨ ਦਾ ਵਰਣਨ ਕੀਤਾ ਗਿਆ ਹੈ। ਨਾਮ ਤੁਲ ਬ੍ਰਹਮ ਸੰਸਰ ਏਕ ਜਿਹੀ ਕਿਆ ਬਖਾਨੈ, ਆਂਕ ਬਲ ਵਲ ਸਦ ਬਲਿਹਾਰ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੀਵਾਂ ਦੀ ਕਲਿਆਣ ਵਾਸਤੇ ਇਹ ਜਿਹੜਾ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋ ਇਸ ਵਾਸਤੇ ਇਹਦੇ ਵਿੱਚ ਗਰੀਬ ਅਮੀਰ ਦਾ ਵੀ ਕੋਈ ਅੰਤਰ ਨਹੀਂ। ਹੁਣ ਯੱਗਾਂ ਵਾਸਤੇ ਤਾਂ ਮਾਇਆ ਬੇਅੰਤ ਚਾਹੀਦੀ ਹੈ, ਤੀਰਥ ਯਾਤਰਾ ਵਾਸਤੇ ਵੀ ਖਰਚਾ ਚਾਹੀਦਾ, ਪੂਜਾ 16 ਪ੍ਰਕਾਰ ਦੀ ਉਹਦੇ ਲਈ ਵੀ ਕਾਫੀ ਸਾਧਨ ਚਾਹੀਦੇ ਹਨ। ਪਰ ਇਹ ਜਿਹੜਾ ਬੜਾ ਸਸਤਾ ਸੌਦਾ, ਫਿਰਦੇ ਤੁਰਦੇ ਬਹਿੰਦੇ ਉੱਠਦੇ ਕਾਰੋਬਾਰ ਕਰਦੇ ਹਰ ਵੇਲੇ ਕਰ ਸਕਦੇ ਹਾਂ, ਪਰ ਉਹ ਕਲਯੁਗ ਦਾ ਬੁੱਧੀ 'ਤੇ ਐਸਾ ਪ੍ਰਭਾਵ ਹੈ, ਫਿਰ ਵੀ ਬੜਾ ਔਖਾ ਲੱਗਦਾ ਹੈ। ਪਰ ਜਿਨ੍ਹਾਂ ਦੇ ਮਹਾਰਾਜ ਆਪਣੀ ਮਿਹਰ ਕਿਰਪਾ ਦੀ ਦ੍ਰਿਸ਼ਟੀ ਕਰਦੇ ਹਨ, ਉਹ ਫਿਰ ਪਹਿਲੇ ਪਹਿਰੇ ਫੁੱਲੜਾ ਫਲ ਵੀ ਪਛਾ ਰਾਤ, ਜੋ ਜਗਨ ਲਹਨ ਸੇ ਸਾਈਂ ਕੰਨੂ ਦਾਤ। ਚਾ ਲਾਗੇ ਉਠ ਨਾਮ ਜਪ ਨਿਸਬਸਰ ਆਰਾਤ, ਕਾਰਾ ਤੁਜਨ ਵਿਆਪੇ ਨਾਨਕ ਮਿਟੈ ਉਪਾਤ। ਉਹ ਫਿਰ ਅੰਮ੍ਰਿਤ ਵੇਲੇ ਉੱਠਦੇ ਆ, ਦਲਿੱਦਰਤਾ ਦਾ ਤਿਆਗ ਕਰਦੇ ਹਨ, ਸ਼ੌਚ ਕਿਰਿਆ ਕੀਤੀ, ਇਸ਼ਨਾਨ ਵਗੈਰਾ ਕਰਕੇ ਸਾਫ ਸੁਥਰੇ ਵਸਤਰ ਪਹਿਨ ਕੇ ਆਸਣ 'ਤੇ ਬੈਠ ਕੇ ਫਿਰ ਉਹ ਨਾਮ ਦਾ ਅਭਿਆਸ ਜਾਂ ਬਾਣੀ ਦਾ ਨਿਤਨੇਮ ਕਰਦੇ ਹਨ। ਚੌਥੇ ਪੈਰ ਸੁਆ ਕੇ ਸੁਰਤਿਆਂ ਉਪਜੈ ਚਾਓ, ਐਸਾ ਚਾਅ ਉਹਨਾਂ ਨੂੰ ਪੈਦਾ ਹੋ ਜਾਂਦਾ ਹੈ। ਸੋ ਇਸ ਵਾਸਤੇ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੋਨੋਂ ਵੇਲੇ ਫਿਰ ਸਤ ਸੰਗਤ ਗੁਰੈ ਬਤਾਈ ਇਹ ਵੀ ਦੱਸਿਆ, ਕਿਉਂਕਿ ਸਤਸੰਗਤ ਦੇ ਨਾਲ ਮਨ ਦਾ ਉਤਸ਼ਾਹ ਕਾਇਮ ਰਹਿੰਦਾ ਹੈ। ਸੰਗਤ ਛੱਡ ਜਾਈਏ, ਮਨ 'ਚ ਕਈ ਵਾਰੀ ਢਿੱਲ ਪੈ ਜਾਂਦੀ ਹੈ,
ਸੰਗਤ ਕਰਨੇ ਨਾਲ ਫਿਰ ਸੰਗਤ ਨੂੰ ਦੇਖ ਕੇ ਮੈਂ ਸੇਵਾ ਕਰਾਂ, ਬਾਣੀ ਪੜ੍ਹਾਂ, ਕਥਾ ਕੀਰਤਨ ਸੁਣਾ, ਇਹ ਸ਼ੌਕ ਪੈਦਾ ਹੁੰਦਾ ਹੈ। ਕਿਉਂਕਿ ਮਨ ਦਾ ਸੁਭਾਅ ਆ ਕਿ ਦੇਖਣ ਦਾ ਵੀ ਸੁਣਨ ਦਾ ਵੀ ਪ੍ਰਭਾਵ ਕਾਫੀ ਲੈਂਦਾ ਹੈ। ਜਦੋਂ ਦੇਖਦਾ ਵੀ ਸੰਗਤ ਬੜੀ ਸ਼ਰਧਾ ਨਾਲ ਸੇਵਾ ਕਰਦੇ ਆ ਅਤੇ ਮੈਂ ਵੀ ਕਰਾਂ। ਵੈਸੇ ਵੀ ਬਹੁਤੇ ਜਿਹੜੇ ਪਾਸੇ ਜਾਣ ਫਿਰ ਦੁਇਆਂ ਦਾ ਮਨ ਖਿੱਚਿਆ ਵੀ ਜਾਂਦਾ ਹੈ। ਅਤੇ ਇਸ ਕਰਕੇ ਗੁਰੂ ਮਹਾਰਾਜ ਨੇ ਇਹ ਸਾਧ ਸੰਗਤ ਇਹ ਵੀ ਬਖਸ਼ਿਸ਼ ਕੀਤੀ ਹੈ। ਕਈ ਜਗ੍ਹਾ ਮਹਾਰਾਜ ਦੇ ਸਥਾਨ ਹੈ, ਉੱਥੇ ਉਹ ਗੁਰਦੁਆਰਿਆਂ ਦਾ ਨਾਂ ਹੈ ਬੜੀ ਸੰਗਤ ਆ। ਇੱਥੇ ਸੰਗਤ ਕਾਫੀ ਇਕੱਠੀ ਹੁੰਦੀ ਸੀ। ਸੋ ਇਸ ਵਾਸਤੇ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਬਖਸ਼ਿਸ਼ਾਂ ਸਾਰੇ ਸੰਸਾਰ 'ਚ ਵਿਚਰ ਕੇ ਭੁੱਲੇ ਭਟਕੇ ਜੀਵਾਂ ਨੂੰ ਸਿੱਧੇ ਰਸਤੇ ਪਾਇਆ। ਗਰੀਬ ਅਮੀਰ, ਰਾਜੇ ਵਜ਼ੀਰ, ਪੜ੍ਹੇ ਲਿਖੇ ਜਿਸ ਤਰ੍ਹਾਂ ਦੇ ਵੀ ਮਿਲੇ, ਸਭ ਨੂੰ ਉਹਨਾਂ ਦੇ ਮੁਤਾਬਕ ਸਮੱਤ ਬਖਸ਼ਿਸ਼ ਕੀਤੀ। ਸੋ ਇਸ ਧਰਤੀ 'ਤੇ ਵੀ ਮਹਾਰਾਜ ਨੇ ਕਾਫੀ ਸਮਾਂ ਚਰਨ ਪਾਏ। ਬੇਬੇ ਨਾਨਕੀ ਜੀ ਦੇ ਇਹ ਪਿਆਰ ਦੇ ਨਾਲ ਹੁਣ ਜਿੱਥੇ ਇਤਨਾ ਲੰਬਾ ਸਮਾਂ ਮਹਾਰਾਜ ਨੇ ਬਖਸ਼ਿਸ਼ ਕੀਤਾ, ਅੱਜ ਭਾਵੇਂ ਸਰੀਰ ਕਰਕੇ ਮਹਾਰਾਜ ਹਾਜ਼ਰ ਨਹੀਂ, ਜਿਨ੍ਹਾਂ ਸਥਾਨਾਂ 'ਤੇ ਚਰਨ ਪਾਏ ਹੈ, ਸਤਿਗੁਰਾਂ ਦੀ ਬਾਣੀ ਦਾ ਪ੍ਰਕਾਸ਼ ਹੈ, ਫਿਰ ਵੀ ਕਿੰਨੀਆਂ ਸੰਗਤਾਂ ਲਾਭ ਲੈਂਦੀਆਂ ਹਨ। ਅਤੇ ਜਦੋਂ ਮਹਾਰਾਜ ਆਪ ਸਰਗੁਣ ਸਰੂਪ ਕਰਕੇ ਇਸ ਧਰਤੀ 'ਤੇ ਰਹੇ, ਇਹ ਤਾਂ ਨਹੀਂ ਨਾ ਹੋ ਸਕਦਾ ਕਿ ਮਹਾਰਾਜ ਕੋਲ ਕੋਈ ਆਉਂਦਾ ਹੀ ਨਹੀਂ ਸੀ। ਉਦੋਂ ਕਿੰਨੀਆਂ ਕੁ ਸੰਗਤਾਂ ਆਉਂਦੀਆਂ ਸੀ, ਕਿੰਨੀ ਕੁ ਸੰਗਤ ਲਾਭ ਲੈਂਦੀ ਸੀ। ਕਿਉਂਕਿ ਪ੍ਰਤੱਖ ਦਰਸ਼ਨ ਕਰਨੇ ਔਰ ਬਚਨ ਵਿਲਾਸ ਸੁਣਨੇ, ਮਨ ਦਾ ਸ਼ੰਕਾ ਕੋਈ ਉਹ ਨਿਵਰਤ ਕਰ ਲੈਣਾ। ਸੋ ਇਸ ਵਾਸਤੇ ਕਿ ਗੁਰੂ ਮਹਾਰਾਜ ਨੇ ਬੇਅੰਤ ਸੰਗਤਾਂ ਜਿਨ੍ਹਾਂ ਦੇ ਭਾਗ ਜਾਗੇ, ਉਹਨਾਂ ਨੇ ਲਾਹੇ ਲਏ। ਇਸੇ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 12 ਵਿੱਚ ਸੁਲਤਾਨਪੁਰ ਦੀ ਵੀ ਪੌੜੀ ਉਚਾਰੀ ਹੈ। ਉਹ 'ਚ ਲਿਖਿਆ ਸੁਲਤਾਨਪੁਰ ਭਗਤ ਭੰਡਾਰਾ। ਭਗਤੀ ਹੋਏਗੀ ਅਤੇ ਤਾਂ ਹੀ ਲਿਖਿਆ ਵੀ ਭਗਤੀ ਦਾ ਭੰਡਾਰਾ। ਇਹਦਾ ਮਤਲਬ ਬੇਅੰਤ ਸੰਗਤਾਂ ਨਗਰ ਇਲਾਕੇ 'ਚੋਂ ਦੂਰ ਦਰਾਡਿਓਂ ਆ ਕੇ ਸੰਗਤਾਂ ਦੇਸਾਂ ਪ੍ਰਦੇਸਾਂ 'ਚੋਂ ਵੀ ਮਹਾਰਾਜ ਤੋਂ ਲਾਭ ਲੈਂਦੀਆਂ ਸੀ। ਹੁਣ ਵੀ ਸੰਗਤ ਸ਼ਹਿਰ ਜਾਂ ਇਲਾਕੇ ਦੀ ਥੋੜ੍ਹੀ, ਪਤਾ ਨਹੀਂ ਸਵੇਰ ਤੋਂ ਸ਼ਾਮ ਦੀ ਕਿੱਥੋਂ ਕਿੱਥੋਂ ਸੰਗਤ ਆਉਂਦੀ। ਦਰਸ਼ਨ ਵਾਲੇ ਜਿਨ੍ਹਾਂ ਦੀਆਂ ਮਨ ਦੀਆਂ ਕਾਮਨਾ ਪੂਰੀਆਂ ਹੁੰਦੀਆਂ। ਸੋ ਇਸੇ ਤਰ੍ਹਾਂ ਜਦੋਂ ਮਹਾਰਾਜ ਆਪ ਕਿਰਪਾ ਕਰਦੇ ਸੀ, ਬੇਅੰਤ ਸੰਗਤਾਂ ਲਾਹੇ ਲਿਆ ਕਰਦੀਆਂ ਸਨ। ਉਹ ਅੱਜ ਵੀ ਮਹਾਰਾਜ ਦੀ ਬਰਕਤ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਪ੍ਰਤੱਖ ਹੈ। ਜਦੋਂ ਵੀ ਮਨ ਵਿੱਚ ਕੋਈ ਸ਼ਰਧਾ ਭਗਤੀ ਧਾਰਨ ਕਰਕੇ ਅਰਦਾਸ ਬੇਨਤੀ ਕਰਦੇ ਹਾਂ ਅਤੇ ਫਿਰ ਬਿਰਥਾ ਕਦੇ ਨਾ ਹੋਵੇ। ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਹੁਣ ਕਈ ਬੰਦੇ ਆਉਂਦੇ ਆ, ਅਮੀਰ ਵੀ ਆ ਗਰੀਬ ਵੀ ਆ। ਗਾਂ ਹੁੰਦਾ ਵੀ ਸਾਡਾ ਦੀਵਾ ਗੁੱਲ ਨਾ ਹੋ ਜਾਏ, ਬੱਤੀ ਲੱਗਦੀ ਰਹੇ ਬੱਚਿਆਂ ਵਾਸਤੇ। ਹੁਣ ਡਾਕਟਰਾਂ ਦੇ ਕੋਲੋਂ ਘੁੰਮ ਘੁਮਾ ਕੇ ਹੀ ਆਉਂਦੇ ਆ। ਇਹ ਹੁਣ ਨਹੀਂ ਬਈ ਕਿਤੋਂ ਖੈਰ ਪਈ, ਫਿਰ ਮਹਾਰਾਜ ਦੇ ਦੁਆਰੇ ਆਉਂਦੇ ਆ। ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਜਿਨ੍ਹਾਂ ਦਾ ਕਰਮ ਜਾਗਦਾ ਹੈ, ਬਖਸ਼ਿਸ਼ ਮਿਲਦੀ ਹੈ।
ਸੋ ਇਸ ਵਾਸਤੇ ਹੋਰ ਵੀ ਬਹੁਤ ਸਾਰੀਆਂ ਕਾਮਨਾਵਾਂ ਇਨਸਾਨ ਦੀਆਂ ਹੁੰਦੀਆਂ ਹਨ, ਇੱਕ ਥੋੜ੍ਹੀ ਹੈ। ਪਰ ਮਹਾਰਾਜ ਜਾਣਿਆ ਅਤੇ ਜਿਹੜੀ ਕਾਮਨਾ ਉਹਦਾ ਅਤੇ ਦੂਸਰੇ ਦਾ ਭਲਾ ਕਰਨ ਵਾਲੀ, ਉਹ ਤਾਂ ਪੂਰੀ ਕਰਨਗੇ। ਅਤੇ ਜੇ ਹੁਣ ਸੁਖਣਾ ਸੁਖੀਏ ਅਤੇ ਸਾਡੇ ਜਾਂਦਿਆਂ ਸਾਡਾ ਬੈਰੀ ਮਰ ਜਾਏ, ਇਹੋ ਜਿਹੀ ਥੋੜ੍ਹੀ ਮਹਾਰਾਜ ਪੂਰੀ ਕਰਨਗੇ। ਮਹਾਰਾਜ ਤਾਂ ਸਰਬੱਤ ਦਾ ਭਲਾ ਕਰਦੇ। ਸੋ ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਰਕਤ ਜਿਹੜੀ ਹਮੇਸ਼ਾ ਵਾਸਤੇ ਅੱਜ ਵੀ ਉਸੇ ਤਰ੍ਹਾਂ ਹੀ ਕੰਮ ਕਰ ਰਹੀ ਹੈ। ਸੋ ਆਓ ਪਿਆਰ ਦੇ ਨਾਲ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਵਿਚਾਰ ਸਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗਜ ਵਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦੀ ਬਾਣੀ ਹੈ। ਜੁਦੇ ਜੁਦੇ ਰਾਗ ਹੈ। ਰਾਗਾ ਮਾਲਾ ਦੇ ਵਿੱਚ 84 ਰਾਗਾਂ ਦਾ ਵੇਰਵਾ ਹੈ। 6 ਰਾਗ, 5 ਉਹਨਾਂ ਦੇ ਘਰੋਂ 8 ਪੁੱਤਰ ਆ। ਸਾਰਿਆਂ ਦਾ ਟੋਟਲ ਲਾਈਏ, ਗਿਣਤੀ ਕਰੀਏ, 84 ਬਣਦੇ ਆ। ਕਿਉਂਕਿ ਬਾਣੀ 84 ਦਾ ਗੇੜਾ ਕੱਟਣ ਵਾਲੀ ਆ। ਅਤੇ ਆਮ ਪ੍ਰਚਲਿਤ ਰਾਗੀਆਂ 'ਚ ਹੁੰਦਾ ਇੰਨੇ ਰਾਗ ਰਾਗਣੀਆਂ, ਉਹ ਸਾਡੀ ਬੁੱਧੀ ਮੁਤਾਬਕ ਆ। ਅਤੇ ਮਹਾਰਾਜ ਨੇ ਜਿਹਦੇ 84 ਰੱਖੇ ਆ ਅਤੇ 84 ਹੀ ਹਨ। ਕਿਉਂਕਿ ਹੁਣ ਕਈ ਗੌੜੀ ਕਿੰਨੀ ਕਿਸਮ ਦੀ ਹੈ, ਅਤੇ ਸੂਹੀ ਲਲਿਤ ਆ, ਗੌੜੀ ਦੀਪਕੀ ਆ, ਗੌੜੀ ਬੈਰਾਗਣ ਆ, ਗੌੜੀ ਗੁਆਰੇਰੀ ਆ। ਇਸ ਤਰ੍ਹਾਂ ਹੈ ਕਿ ਨਹੀਂ, 19 ਜਾਤੀਆਂ ਜੁਦੀਆਂ ਜੁਦੀਆਂ। ਇਸੇ ਤਰ੍ਹਾਂ ਹੀ ਹੋਰ ਰਾਗ ਵੀ ਹੈਗੇ ਆ। ਸੋ ਇਸ ਤਰ੍ਹਾਂ ਜੇ ਉਹ ਵਿਚਾਰ ਕਰੀਏ, ਗਿਣਤੀ 84 ਬਣ ਜਾਏਗੀ। ਸੋ ਗੁਰੂ ਸਾਹਿਬ ਧਨਾਸਰੀ ਰਾਗ ਦੇ ਵਿੱਚ ਆਪਣੇ ਮਖਾਰਬਿੰਦ ਤੋਂ ਪੰਜਵੇਂ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਕਿਉਂਕਿ ਦਾਤੇ ਜੁਦੇ ਜੁਦੇ ਬਣੇ ਆ ਜਾਂ ਇਨਸਾਨ ਬਣਾ ਲੈਂਦਾ ਹੈ, ਪਰ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਹੋਛਾ ਸ਼ਾਹੁਨ ਕੀਚੇ ਅੰਤ ਪਛੋਤਾਈਐ। ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਉਸ ਦਾਤੇ ਤੋਂ ਮੰਗੀਏ ਜਿੱਥੋਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣ, ਮੁੜ ਕੇ ਫੇਰ ਨਾ ਕੋਈ ਦਾਤਾ ਲੱਜਣਾ ਪਏ। ਕਿ ਜੇ ਆਪਾਂ ਕੱਚਾ ਜਿਹਾ ਲੱਜ ਲਿਆ, ਫਿਰ ਤਾਂ ਆਪਾਂ ਰੋਜ਼ ਹੀ ਤੁਰੇ ਰਹਾਂਗੇ। ਇੱਕੋ ਹੀ ਦਾਤਾ ਐਸਾ ਬਣਾਈਏ ਜਿੱਥੋਂ ਸਾਰੀ ਤਰ੍ਹਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਣ। ਹੋਛਾ ਚਾਹ ਨਾ ਕੀਚੀ। ਹੋਛਾ ਹੁੰਦਾ ਨਾ, ਗੱਲ ਬੇਸੁਆਦੀ ਕਰਨੀ। ਉਹੋ ਜਿਹਾ ਨੂੰ ਸ਼ਾਹੂਕਾਰ ਬਣਾ ਲਓ। ਉੱਧਰ ਲੋੜ ਹੋਈ, ਗ੍ਰਸਤੀ ਨੇ ਲੜਕੀ ਦਾ ਵਿਆਹ ਰੱਖਿਆ, ਪਹਿਲਾਂ ਬਚਨ ਦੇ ਤਾਂ ਮੌਕੇ 'ਤੇ ਜਵਾਬ ਦੇ ਦਿੱਤਾ, ਉਹਦੇ ਲਈ ਤਾਂ ਮੁਸ਼ਕਿਲ ਬਣ ਜਾਏਗੀ ਨਾ। ਜਿਵੇਂ ਉਹ ਸੰਮਣ ਅਤੇ ਮੂਸਣ ਮੌਕੇ 'ਤੇ ਮੁੱਕਰ ਗਏ ਸੀ ਨਾ, ਹੋਛਾਪਨ ਕੀਤਾ ਸੀ ਉਹ ਸ਼ਾਹੂਕਾਰ ਨੇ। ਕਹਿੰਦੇ ਇਹੋ ਜਿਹਾ ਨੂੰ ਸ਼ਾਹੂਕਾਰ ਕੀ ਬਣਾਉਣਾ, ਹੋਛੇ ਨੂੰ ਅੰਤ ਨੂੰ ਪਛਤਾਉਣਾ ਹੀ ਪੈਂਦਾ ਹੈ। ਇਸ ਵਾਸਤੇ ਮਹਾਰਾਜ ਜਿਵੇਂ ਉਹ ਦਿਸ਼ਾ ਸੂਚਕ ਸੂਈ ਹੁੰਦੀ ਹੈ ਨਾ, ਕੰਪਾਸ ਜਹਾਜ਼, ਜਿਵੇਂ ਉਹਦੇ ਮੁਤਾਬਕ ਚੱਲਦੇ ਆ ਕਿ ਦਿਸ਼ਾ ਨਾ ਭੁੱਲ ਜਾਏ। ਅਤੇ ਇਸੇ ਤਰ੍ਹਾਂ ਇਹ ਬਾਣੀ ਜਿਹੜੀ ਹੈ, ਇਹਦਾ ਇਸ਼ਾਰਾ ਅਕਾਲ ਪੁਰਖ ਲਈ ਰਹੇਗਾ। ਜਿਹੜਾ ਮਰਜ਼ੀ ਸ਼ਬਦ ਬਾਚ ਲਿਓ, ਗੱਜ ਕੇ ਬੋਲੋ ਸਤਿਨਾਮ, ਇਸ਼ਾਰਾ ਉੱਧਰ ਹੀ ਰਹੇਗਾ।
ਤੁਮ ਦਾਤੇ, ਆਪ ਜੀ ਦਾਤੇ ਹੋ। ਠਾਕਰ, ਠਾਕਰ ਮੈਂ ਠਕਰਾਈ ਤੇਰੀ, ਕੋਮਨ ਸਿਰ ਕੋਮਾ, ਪਿਤਾ ਹਮਾਰੋ ਵੱਡੋ ਧਨੀ ਅਗਮਾ। ਹੁਣ ਰਾਜਪੂਤ ਲੋਕ ਵੀ ਠਾਕਰ ਕਹਾਉਂਦੇ ਆ, ਜਾਇਦਾਦਾਂ ਦੇ ਮਾਲਕ ਲੋਕ ਠਾਕਰ ਜੀ। ਅਤੇ ਗੰਡਕਾ ਨਦੀ ਦਾ ਜਿਹੜਾ ਪੱਥਰ ਆ, ਸਨਾਤਨ ਲੋਕ ਉਹਨੂੰ ਠਾਕਰ ਕਹਿੰਦੇ ਆ। ਕਾਲਾ ਜਿਹਾ ਹੁੰਦਾ, ਉਹਦੇ ਚਿੱਟੀ ਜਿਹੀ ਧਾਰੀ ਹੁੰਦੀ ਹੈ, ਕਹਿੰਦੇ ਜੰਝੂ ਪਹਿਨਿਆ ਹੋਇਆ। ਜਾਂ ਮੰਦਰ ਬਣਾਇਆ ਠਾਕਰ ਦਾ ਮੰਦਰ ਹੈ, ਪਰ ਇੱਥੇ ਠਾਕਰ ਕਿਹਨੂੰ ਕਿਹਾ? ਹੇ ਅਕਾਲ ਪੁਰਖ, ਤੁਸੀਂ ਸਾਰਿਆਂ ਦੇ ਠਾਕਰ ਮਾਲਕ ਆ। ਇੱਥੇ ਕਿਸੇ ਨੂੰ ਰੋਕ ਨਹੀਂ ਪੈਂਦੀ, ਐਸਾ ਠਾਕਰ ਦੂਏ ਠਾਕਰ ਤਾਂ ਰੋਕ ਦਿੰਦੇ ਨਾ, ਹਾਲੇ ਨਹੀਂ ਆਉਣਾ, ਉਹ ਵਿਸ਼ਰਾਮ ਕਰ ਰਹੇ ਆ, ਮੀਟਿੰਗ ਹੋ ਰਹੀ ਹੈ, ਫੇਰ ਆਇਓ ਜੀ। ਇਹ ਠਾਕਰ ਦਾ ਦੁਆਰਾ ਤਾਂ ਹਰ ਵੇਲੇ ਖੁੱਲ੍ਹਾ ਨਾ, ਇਹ ਦੁਆਰਾ ਤਾਂ 24 ਘੰਟੇ ਖੁੱਲ੍ਹਾ ਹੈ। ਕਬੀਰ ਜਿਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸਾ ਕੈਸਾ ਛੱਡੀਐ, ਜੋ ਦਰ ਐਸਾ ਹੋਏ। ਇਸ ਵਾਸਤੇ ਠਾਕਰ ਦਾ ਦੁਆਰਾ ਐਸਾ ਹੈ। ਤੁਮ ਦਾਤੇ ਠਾਕਰ, ਕੈਸਾ ਠਾਕਰ? ਉਹ ਤਾਂ ਆਪਣਾ ਥੋੜ੍ਹਾ ਬਹੁਤ ਪਰਿਵਾਰ ਨੂੰ ਜਾਂ ਜਿਹੜੇ ਉਹਦੇ ਸੰਬੰਧਿਤ ਉਹਨਾਂ ਦੀ ਪਾਲਣਾ ਕਰਦਾ ਹੋਏਗਾ ਨਾ। ਇਹ ਠਾਕਰ ਕੈਸਾ? ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ, ਸਭ ਦੀ ਸਾਰ ਲੈ ਰਿਹਾ ਹੈ। ਤੁਮ ਦਾਤੇ ਠਾਕਰ ਪ੍ਰਤਪਾਲਕ, ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ। ਨਾਇਕ ਖਸਮ ਹਮਾਰੇ। ਹੁਣ ਮਹਾਰਾਜ ਦਾ ਉਪਦੇਸ਼ ਸਾਰਿਆਂ ਨੂੰ ਹੀ ਆ। ਇੱਥੇ ਦੋ ਬੋਲੀਆਂ ਦੇ ਸ਼ਬਦ ਵਰਤ ਗਏ। ਨਾਇਕ ਆਪਣੀ ਬੋਲੀ ਦਾ, ਕਿ ਖਸਮ ਤੁਰਕੀ ਬੋਲੀ ਦਾ ਹੈ, ਫਾਰਸੀ ਦਾ। ਭਾਵ ਤੁਸੀਂ ਸਾਰਿਆਂ ਦੇ ਹੀ ਠਾਕਰ ਆ। ਇਹ ਨਹੀਂ ਵੀ ਇੱਕ ਨਸਲ ਦੇ, ਇੱਕ ਮਜ਼ਹਬ ਦੇ, ਇੱਕ ਕੌਮ ਦੇ, ਇੱਕ ਦੇਸ਼ ਵਾਸੀਆਂ ਦੇ। ਸਭ ਦੇ ਨਾਇਕ ਮਾਲਕ ਆ, ਸਾਰਿਆਂ ਦੇ ਖਸਮ। ਖਸਮ ਦਾ ਮਤਲਬ ਵੀ ਮਾਲਕ ਹੈ। ਸਾਰਿਆਂ ਦੀ ਪ੍ਰਤਪਾਲਣਾ ਕਰਨੇ ਹੋ। ਹਮਾਰੇ, ਸਾਡੇ ਵੀ, ਸਭ ਦੀ ਪ੍ਰਤਪਾਲਨਾ ਕਰਨ ਵਾਲੇ ਹੋ। ਨਿਮਕ ਨਿਮਕ ਤੁਮ ਹੀ ਪ੍ਰਤਪਾਲ ਹੋ। ਨਿਮਕ ਬਹੁਤ ਥੋੜ੍ਹੇ ਸਮੇਂ ਦਾ ਨਾਂ ਹੈ। ਜਿਵੇਂ ਪਿੱਪਲ ਦੇ ਪੱਤੇ 'ਚ ਸੂਈ ਲਗਾਈਏ, ਕਿੰਨਾ ਕੁ ਟਾਈਮ ਲੱਗਦਾ? ਇੰਨਾ ਕੁ ਹੀ ਹੈ। ਥੋੜ੍ਹਾ ਥੋੜ੍ਹਾ ਕਾਲ, ਭਾਵ ਕੋਈ ਸਮਾਂ ਵੀ ਅਜਿਹਾ ਨਹੀਂ ਜਦੋਂ ਤੁਸੀਂ ਕਿਸੇ ਦੀ ਪ੍ਰਤਪਾਲਣਾ ਨਹੀਂ ਕਰਦੇ। ਹਰ ਸਮੇਂ ਸਭ ਦੀ ਸਾਰ ਖਬਰ ਲੈਂਦੇ ਹੋ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ। ਸਵਾਸ ਸਵਾਸ ਸਭ ਦੀ ਤੁਸੀਂ ਪ੍ਰਤਪਾਲਨਾ ਕਰਦੇ ਹੋ। ਹਮ ਬਾਰਿਕ ਤੁਮਰੇ ਧਾਰੇ। ਅਸੀਂ ਬਾਰਕ ਨੰਨੇ ਬੱਚੇ ਹਾਂ, ਆਪ ਜੀ ਦੇ ਧਾਰੇ, ਆਪ ਦੇ ਆਧਾਰ ਆਸਰੇ ਹਾਂ। ਕਿਉਂਕਿ ਉਹਦਾ ਆਸਰਾ ਤਾਂ ਪੱਕਾ ਨਾ, ਬਾਕੀ ਆਸਰੇ ਚਿਰ ਸਥਾਈ ਨਹੀਂ। ਉਹ ਮਾਤਾ ਪਿਤਾ ਦਾ ਆਸਰਾ ਵੀ ਕਿਸੇ ਵੇਲੇ ਖੁੱਸ ਜਾਂਦਾ ਹੈ, ਪਤੀ ਦਾ, ਭਰਾਵਾਂ ਦਾ, ਰਿਸ਼ਤੇਦਾਰਾਂ ਦਾ। ਚਾਰ ਚੁਫੇਰੇ ਜਦੋਂ ਇਹੋ ਜਿਹਾ ਹੋ ਜਾਂਦਾ ਅਤੇ ਫਿਰ ਇਨਸਾਨ ਉੱਧਰ ਨੂੰ ਮੁੜਦਾ। ਇੱਕ ਆਸਰਾ ਸੱਚਾ ਹੈ, ਨਿਰੰਕਾਰ ਪਰਮਾਤਮਾ ਦਾ। ਇੱਕ ਮਹਾਂਪੁਰਖ ਆਉਂਦੇ ਹੁੰਦੇ ਆ, ਫਿਰ ਤਾਂ ਉਹ ਸਾਧੂ ਬਣ ਗਏ, ਪਹਿਲਾਂ ਚੰਗੇ ਅਫਸਰ ਰਹੇ। ਉਹ ਕਹਿੰਦੇ ਮੇਰੇ ਮਾਤਾ ਪਿਤਾ ਗੁਜ਼ਰ ਗਏ, ਪਤਨੀ ਵੀ, ਬੱਚੇ ਵੀ, ਆਲਾ ਦੁਆਲਾ ਸਾਰਾ ਹੀ ਸੰਬੰਧਿਤ। ਕਹਿੰਦੇ ਮੈਂ ਮੰਜੇ 'ਤੇ ਲੇਟਿਆ ਹੋਣਾ, ਅੱਖਾਂ 'ਚੋਂ ਆਪਣੇ ਆਪ
ਬੇਤਹਾਸ਼ਾ ਅਥਰੂ ਵਗਣੇ ਤੇ ਸਰਾਣਾ ਨਿਚੜਨ ਲੱਗ ਜਾਂਦਾ ਸੀ ਵੀ ਕੋਈ ਵੀ ਰਿਹਾ ਹੀ ਨਾ, ਇਕੱਲਾ ਹੀ ਰਹਿ ਗਿਆ। ਇਸ ਤਰ੍ਹਾਂ ਦਾ ਸਮਾਂ ਆ ਗਿਆ ਅਤੇ ਮਨ ਕੀ ਲੱਗਣਾ ਲਗਾਉਣਾ ਸੀ। ਫਿਰ ਮੈਂ ਕਹਿੰਦੇ ਕਿਸੇ ਸਾਧੂ ਦੀ ਸ਼ਰਨ ਗਿਆ, ਉਹਨਾਂ ਨੇ ਮੈਨੂੰ ਫਿਰ ਇਹ ਭਜਨ ਬਾਣੀ ਦਾ ਮਾਰਗ ਇੱਧਰ ਲਾਇਆ। ਫਿਰ ਉਹ ਯੋਗਾਂ ਦੀਆਂ ਵੀ ਕਲਾਸਾਂ ਲਾਉਂਦੇ ਰਹੇ ਅਤੇ ਉਮਰ 90 ਸਾਲ ਸੀ। ਕਹਿੰਦੇ ਮੈਨੂੰ ਹੁਣ ਕੋਈ ਰੋਗ ਵੀ ਨਹੀਂ ਹੈ। ਇਸ ਕਰਕੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਆਸਰਾ ਇਹ ਵੱਡਾ ਹੈ। ਇਸ ਵਾਸਤੇ ਕਹਿੰਦੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ ਹਮ ਬਾਰਕ ਤੁਮਰੇ ਧਾਰੇ। ਤੁਹਾਡੀ ਸ਼ਕਤੀ ਦੁਆਰਾ ਅਸੀਂ ਸਰੀਰ ਧਾਰਿਆ। ਹੁਣ ਮਾਤਾ ਦੇ ਉਦਰ ਵਿੱਚ ਕੌਣ ਭੋਜਨ ਪਾਣੀ ਕਿਸ ਤਰ੍ਹਾਂ ਪਾਲਣਾ ਕਰਦਾ ਸੀ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ। ਹੁਣ ਉਹ ਭੋਜਨ ਪਾਣੀ ਛਕਦੀ ਸੀ, ਸਾਰਾ ਜਠਰ ਅਗਨੀ ਭਸਮ ਹੋ ਜਾਂਦਾ ਸੀ। ਇਹ ਜਦੋਂ ਮਾਤਾ ਦੇ ਉਦਰ ਵਿੱਚ ਸੀ, ਇਹਦੀ ਸਹਾਇਤਾ ਰੱਖਿਆ ਕੌਣ ਕਰਦਾ ਸੀ? ਉਹ ਪਰਮੇਸ਼ਰ ਹੀ ਸੀ ਨਾ। ਇਸ ਵਾਸਤੇ ਇਹ ਸਰੀਰ ਵੀ ਜਦੋਂ ਮਾਤਾ ਦੇ ਉਦਰ ਸੀ, ਤੁਹਾਡੇ ਨਾਂ ਦਾ ਆਧਾਰ ਆਸਰਾ ਜਿਹਦੇ ਕਾਰਨ, ਔਰ ਜਦੋਂ ਜਨਮ ਧਾਰ ਕੇ ਆਇਆ ਫਿਰ ਵੀ ਤੇਰਾ ਆਸਰਾ ਬਹਾਨਾ ਹੈ। ਇਸ ਕਰਕੇ ਅਸੀਂ ਨੰਨੇ ਬੱਚੇ ਜਿਵੇਂ ਉਹਦਾ ਆਸਰਾ ਮਾਂ ਪਿਓ ਹੈ, ਅਤੇ ਜਦੋਂ ਬੰਦਾ ਆਪਣੀ ਚਤਰਾਈ ਕਰਦਾ ਵੀ ਮੈਂ ਸਭ ਕੁਝ ਕਰਦਾ, ਉਹ ਕਹਿੰਦੇ ਲੈ ਕਰ ਕਰਾ ਲੈ। ਅਤੇ ਜਦੋਂ ਫਿਰ ਉਹਦੇ 'ਤੇ ਹੀ ਰੱਖ ਦਈਏ, ਉਹ ਫਿਰ ਸਾਰੀ ਤਰ੍ਹਾਂ ਆਪੇ ਹੀ ਸੁਤੇ ਸਿੱਧੇ ਸਾਰੇ ਕਾਰਜ ਕਰੀ ਜਾਂਦਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ। ਉਹ ਸੁਤੇ ਸਿੱਧੇ ਹੀ ਸਾਰੇ ਕਾਰਜ ਹੁੰਦੇ ਜਾਂਦੇ ਆ, ਵਿਘਨ ਨਹੀਂ ਆਉਂਦਾ। ਸੋ ਇਸ ਵਾਸਤੇ ਮਹਾਰਾਜ ਸਹਾਇਤਾ ਕਰਦੇ ਆ। ਹਮ ਬਾਰਕ ਤੁਮਰੇ ਧਾਰੇ। ਅਸੀਂ ਨੰਨੇ ਬੱਚਿਆਂ ਦੀ ਨਿਆਈ ਆਪ ਜੀ ਦੀ ਸੱਤਾ ਨੂੰ ਪਾ ਕੇ ਸਰੀਰ ਧਾਰਿਆ, ਔਰ ਤੁਹਾਡੇ ਆਧਾਰ ਆਸਰੇ ਹਾਂ। ਜੀਵਾ ਏਕ ਕਵਨ ਗੁਣ ਕਹੀਐ। ਇਹ ਨਿਰੰਕਾਰ ਪਰਮੇਸ਼ਰ ਆਪ ਦੀ ਬੜੀ ਬਖਸ਼ਿਸ਼ ਕਿਰਪਾਲਤਾ ਹੈ। ਅਸੀਂ ਤੁਹਾਡਾ ਰਿਣ ਤਾਂ ਚੁਕਾ ਨਹੀਂ ਸਕਦੇ, ਧੰਨਵਾਦ ਹੀ ਕਰ ਸਕਦੇ ਹਾਂ। ਪਰ ਉਹ ਵੀ ਜਿਹਨਾਂ ਨੂੰ ਸੋਝੀ ਉਹੀ ਕਰਦੇ ਆ। ਨਹੀਂ ਤਾਂ ਇਨਸਾਨ ਕਈ ਵਾਰੀ ਕਹੂਗਾ ਰੱਬ ਨੇ ਸਾਨੂੰ ਕੀ ਦਿੱਤਾ, ਇੰਨਾ ਕਿਰਤਕਣ ਬਣ ਜਾਂਦਾ ਅਤੇ ਤੈਨੂੰ ਮਨੁੱਖ ਦੇ ਦਿੱਤੀ, ਆਪਣੀ ਚਤਰਾਈ ਨਾ ਮਿਲੀ। ਤੈਨੂੰ ਅੱਖਾਂ ਮਿਲੀਆਂ, ਨੱਕ ਕੰਨ ਮਿਲੇ, ਕਈਆਂ ਨੂੰ ਨੇਤਰ ਨਹੀਂ ਮਿਲੇ, ਹੁੰਦੇ ਆ। ਕਈਆਂ ਦੇ ਕੰਨ ਕੰਮ ਨਹੀਂ ਕਰਦੇ, ਬੋਲੇ ਹੀ ਆ। ਕਈਆਂ ਦੀ ਜ਼ੁਬਾਨ ਕੰਮ ਨਹੀਂ ਕਰਦੀ, ਗੂੰਗੇ ਆ। ਕਈਆਂ ਨੂੰ ਹੱਥ ਪੈਰ ਨਹੀਂ ਮਿਲੇ, ਡੁੱਡੇ ਪਿੰਗਲੇ ਆ। ਕਈਆਂ ਨੂੰ ਜਮਾਦਰੀ ਬਿਮਾਰੀਆਂ ਐਸੀਆਂ ਲੱਗੀਆਂ, ਆਰਾਮ ਹੀ ਨਹੀਂ ਆਉਂਦਾ, ਹੰਬ ਜਾਂਦੇ ਆ ਇਲਾਜ ਕਰਾ ਕਰਾ। ਤੇਰਾ ਸਰੀਰ ਇਸ਼ਟ ਪੁਸ਼ਟ ਆ, ਤੇਰੇ ਇੰਦਰੀਏ ਸਹੀ ਕੰਮ ਕਰਦੇ। ਕਈਆਂ ਨੂੰ ਬੁੱਧੀ ਨਹੀਂ ਮਿਲੀ, ਪਾਗਲ ਆ। ਤੇਰਾ ਦਿਮਾਗ ਵੀ ਠੀਕ ਠਾਕ ਆ, ਅਤੇ ਤੂੰ ਹਾਲੇ ਵੀ ਅਕਿਰਤਕਣ ਬਣਿਆ। ਕਹਿੰਦਾ ਦਿੱਤਾ ਹੀ ਕੁਛ ਨਹੀਂ। ਆਹ ਜਿਹੜੇ ਸਵਾਸ ਜਿਹਦੇ ਨਾਲ ਤੇਰਾ ਸਰੀਰ ਚੱਲ ਰਿਹਾ, ਇਹ ਕਹਿੰਦੇ ਤੇ ਇਹ ਬਾਜ਼ਾਰੋਂ ਖਰੀਦ ਕੇ ਲਿਆਇਆ ਸੀ। ਔਰ ਜਿਹੜਾ ਤੇਰੀ ਆਤਮਾ ਕਲਾ ਜਿਹਦੇ ਨਾਲ ਤੂੰ ਕਹਿੰਦਾ ਮੈਨੂੰ ਕੁਝ ਨਹੀਂ ਦਿੱਤਾ, ਤੈਨੂੰ ਜਿਹੜੀ ਬੋਲਣ ਦੀ ਸ਼ਕਤੀ ਉਹ ਕੌਣ ਦੇ ਰਿਹਾ? ਅਤੇ ਜੋ ਆਪਣੀ ਸ਼ਕਤੀ ਖਿੱਚ ਲੈ ਫਿਰ ਤੂੰ ਬੋਲੇਗਾ। ਸਾਰਾ ਕੁਛ ਲੈ ਕੇ ਫਿਰ ਵੀ ਤੂੰ ਅਕਿਰਤਕਣ ਬਣਿਆ ਬੈਠਾ। ਇਸ ਵਾਸਤੇ ਜਿਹੜੇ ਸਿਆਣੇ ਆ ਉਹ ਤਾਂ ਫਿਰ ਇੱਥੇ ਆ ਜਾਂਦੇ ਕਿ ਮਹਾਰਾਜ ਸਾਰੀ ਬਖਸ਼ਿਸ਼ ਤੁਹਾਡੀ। ਉਹ ਫਿਰ ਉਹਦੇ ਬੜੇ ਸ਼ੁਕਰਗੁਜ਼ਾਰ ਬਣਦੇ। ਕਹਿੰਦੇ ਜਸ ਤਾਂ ਅਸੀਂ ਬਹੁਤ ਕਰਨਾ ਚਾਹੁੰਦੇ, ਪਰ ਜਿਹਵਾ ਏਕ ਰਸਨਾ ਏਕ ਹੈ। ਕਵਨ ਗੁਣ ਕਹੀ ਹੈ। ਆਪ ਜੀ ਦੇ ਗੁਣ ਬਹੁਤੇ ਆ,
ਕਿਹੜੇ ਗੁਣ ਗੁਣ ਕਹਾਂ, ਇਹ ਰਸਨ ਨਾ ਸਾਰੇ ਤਾਂ ਗਿਣੇ ਨਹੀਂ ਜਾ ਸਕਦੇ। ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਤੇਰੇ ਗੁਣ ਬਹੁਤ ਮੈਂ ਤਾਂ ਇੱਕ ਵੀ ਨਹੀਂ ਜਾਣਿਆ। ਤੂੰ ਤਾਂ ਇੱਕ ਅੱਧੀ ਡਿਗਰੀ ਲੈ ਲੈਣਾ ਅਤੇ ਬਹੁਤ ਹੰਕਾਰ ਕਰਦਾ, ਵਫਾਵੈ ਦੁਰਮਤੀ ਆ। ਮੈਂ ਫਲਾਨਾ ਡਿਪਲੋਮਾ ਲੈ ਲਿਆ ਜੀ, ਡਿਗਰੀ ਲੈ ਲਈ ਜੀ, ਅਤੇ ਜਿੰਨ ਦਿੱਤੀ ਆ ਉਹਦਾ ਨਾਂ ਹੀ ਨਹੀਂ। ਉਹਦੇ 'ਚ ਕਿੰਨੇ ਕੁ ਗੁਣ ਆ, ਉਹ ਗਿਣਤੀ ਨਹੀਂ ਕੀਤੀ ਜਾਂਦੀ। ਅਤੇ ਜੇ ਮਹਾਰਾਜ ਦੀ ਬਾਣੀ ਦੇ ਕਹਿੰਦੀ ਇੱਕ ਦੂ ਜੀਭ ਲੱਖ ਹੋਵੇ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼। ਮੇਰੇ ਸਾਰੇ ਸਿਰ ਦੇ ਰੋਮ ਹੀ ਜਵਾਨਾਂ ਬਣ ਜਾਣ, ਹਰ ਵੇਲੇ ਤੇਰਾ ਜਸ ਕਰਦਾ ਰਹਾਂ। ਅਤੇ ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਹੈ, ਹੋ ਵੀ ਜਾਂਦਾ ਗੁਰਮੁਖ ਰੋਮ ਰੋਮ ਹਰ ਧਿਆਵੈ। ਸੰਤਾਂ ਨੂੰ ਪੁੱਛਿਆ ਵੀ ਮਹਾਰਾਜ ਤੁਹਾਡਾ ਨਿਤਨੇਮ ਭਜਨ ਕਿੰਨਾ ਕੁ? ਕਹਿੰਦੇ ਪਹਿਲਾਂ ਤਾਂ ਹੁੰਦਾ ਸੀ 15 ਸੁਖਮਣੀ, 25 ਜਪਜੀ, 5 ਗ੍ਰੰਥੀ ਦੇ 5 ਨਿਤਨੇਮ, ਇੰਨਾ ਸੀ। ਕਹਿੰਦੇ ਹੁਣ ਇੱਕ ਵਾਰੀ ਨਾਮ ਉਚਾਰ ਦਈਏ ਸਾਰੇ ਬ੍ਰਹਿਮੰਡ ਵਿੱਚ ਇਹ ਹੋ ਜਾਂਦਾ। ਕਹਿੰਦੇ ਪ੍ਰਸ਼ਿੰਨ ਤੋਂ ਵਿਆਪਕ ਵਿੱਚ ਚਲੇ ਗਏ ਹਾਂ, ਵਿਰਾਟ ਰੂਪ ਵਿੱਚ। ਪਰ ਇਹਦੇ ਲਈ ਕਮਾਈ ਕਰਨੀ ਪੈਂਦੀ ਹੈ, ਗੱਲਾਂ ਨਾਲ ਨਹੀਂ ਹੁੰਦਾ, ਬਹੁਤ ਮਿਹਨਤ ਕਰਨੀ ਪੈਂਦੀ। ਅਤੇ ਆਮ ਬੰਦੇ ਨੂੰ ਤਾਂ ਸ਼ੰਕਾ ਹੁੰਦੀ ਵੀ ਇਵੇਂ ਕਿਵੇਂ, ਪਰ ਜਦੋਂ ਵਿਆਪਕ ਸ਼ਕਤੀ ਵਿੱਚ ਚਲੇ ਜਾਂਦਾ, ਵਿਆਪਕ ਚੀਜ਼ ਹਰ ਜਗ੍ਹਾ ਹੀ। ਅਤੇ ਜਦੋਂ ਵਿਆਪਕ ਵਿੱਚ ਭੇਦ ਹੋ ਗਿਆ, ਉਹਦਾ ਸਿਮਰਨ ਵੀ ਵਿਆਪਕ ਹੋ ਗਿਆ। ਸੋ ਇਸ ਵਾਸਤੇ ਜਿਹਵਾ ਏਕ, ਇਹ ਜ਼ੁਬਾਨ ਇੱਕ ਆ। ਕਮਨ ਗੁਣ ਕਹੀਏ, ਕਿਹੜਾ ਗੁਣ ਛੱਡੀਏ ਅਤੇ ਕਿਹੜਾ ਕਹੀਏ। ਹੁਣ 10ਵੇਂ ਪਾਤਸ਼ਾਹ ਦੇ ਪਤਾ ਨਹੀਂ ਲੋਕਾਂ ਨੇ ਕਿੰਨੀਆਂ ਕਿਤਾਬਾਂ ਲਿਖੀਆਂ, ਅਤੇ ਮਹਾਰਾਜ ਦਾ ਜਸ ਮੁੱਕ ਗਿਆ। ਜਿਹੋ ਜਿਹਾ ਕਿਸੇ ਦਾ ਦ੍ਰਿਸ਼ਟੀਕੋਣ ਆ, ਉਵੇਂ ਉਹ ਬੁੱਕ ਲਿਖ ਦਿੰਦਾ ਵੀ ਉਹ ਬਹਾਦਰ ਸੀਗੇ, ਉਹ ਤੀਰ ਅੰਦਾਜ਼ ਸੀਗੇ, ਉਹ ਘੋੜ ਸਵਾਰ ਬੜੇ ਸੀ, ਕਵੀ ਬੜੇ ਸੀ, ਸੰਗੀਤ ਬੜਾ ਸੀ, ਬਹਾਦਰ ਬੜੇ ਸੀ, ਸ਼ਕਤੀਸ਼ਾਲੀ ਸੀ। ਕਿੰਨੇ ਕੀ ਗਿਣੋਗੇ ਹੈਂ? ਉਹ ਤਾਂ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਤੌਗੁਣ ਸਾਗਰ ਤੁਮੇ ਬਹੋਰੀ, ਉਹ ਤਾਂ ਸਾਗਰ ਆ ਗੁਣਾਂ ਦੇ ਭੰਡਾਰ। ਜਿਹਵਾ ਏਕ, ਸਾਡੀ ਰਸਨਾ ਇੱਕ। ਕਵਨ ਗੁਣ ਕਹੀਏ, ਤੇਰੇ ਕਵਨ ਕਿੰਨੇ, ਕਿਹੜੇ ਕਿਹੜੇ ਗੁਣ ਕਹਿਣਾ ਕਰੀਏ। ਬੇਸ਼ੁਮਾਰ ਬੇਅੰਤ ਸੁਆਮੀ, ਬੇਸ਼ੁਮਾਰ। ਇਹ ਹੁਣ ਦੂਜੀ ਬੋਲੀ ਦਾ ਵਰਤਿਆ, ਬੇਅੰਤ ਆਪਣੀ ਦਾ ਵਰਤ ਲਿਆ। ਸਾਂਝਾ ਉਪਦੇਸ਼ ਹੈ ਨਾ ਸਾਰਿਆਂ ਨੂੰ, ਦੋਏ ਬੋਲੀਆਂ ਦੇ ਆ ਗਏ। ਹੁਣ ਵੇਦ ਪੜ੍ਹਾਂਗੇ ਤਾਂ ਨਿਰੋਲ ਸੰਸਕ੍ਰਿਤ ਹੈਗੀ, ਕੋਈ ਅਰਥ ਕਰਨੇ ਜ਼ਿਆਦਾ ਔਖੇ ਨੇ। ਇਹ ਗੁਰੂ ਗ੍ਰੰਥ ਸਾਹਿਬ 'ਚ ਪਤਾ ਨਹੀਂ ਕਿੰਨੀਆਂ ਕੁ ਬੋਲੀਆਂ ਸਮਿਲਿਤ ਹੋਈਆਂ। ਹੁਣ ਇੱਕੋ ਹੀ ਪੰਗਤੀ 'ਚ ਕਈ ਬੋਲੀਆਂ ਦੇ ਅਲਫਾਜ਼ ਆ ਜਾਂਦੇ ਆ। ਜੇ ਉਹਨਾਂ ਦਾ ਗਿਆਨ ਨਾ ਹੋਵੇ, ਸ਼ੁੱਧ ਉਚਾਰਨ ਹੀ ਨਹੀਂ ਹੁੰਦਾ, ਅਰਥ ਤਾਂ ਦੂਰ ਹੋ ਜਾਂਦਾ ਹੈ। ਬੇਸ਼ੁਮਾਰ, ਉਹਦਾ ਸ਼ੁਮਾਰ ਨਹੀਂ ਆਉਂਦਾ। ਬੇਅੰਤ, ਉਹਦਾ ਅੰਤ ਨਹੀਂ ਆਉਂਦਾ। ਦੋਹਾਂ ਦਾ ਅਰਥ ਇੱਕੋ ਹੀ ਹੈ। ਸੁਆਮੀ, ਸਾਰਿਆਂ ਦਾ ਨਾਥ ਮਾਲਕ ਹੈ। ਤੇਰੋ ਅੰਤ ਨਾ ਕਿਨਹੀ ਲਈਐ, ਕਈਆਂ ਨੇ ਯਤਨ ਕੀਤਾ, ਤੇਰਾ ਅੰਤ ਨਹੀਂ ਜਾਣਿਆ ਜਾਂਦਾ। ਬ੍ਰਹਮਾ ਤੁਰ ਪਿਆ, ਉੱਧਰ ਬਗਦਾਲਵ ਰਿਸ਼ੀ, ਉਹ ਕਹਿੰਦਾ ਵੀ ਮੈਂ 4 ਬਾਹਾਂ ਵਾਲਾ, ਅਤੇ ਮੈਂ ਇਹਨੂੰ ਮੱਥਾ ਕਿਉਂ ਟੇਕਾਂ। ਉੱਥੋਂ ਹਵਾ ਦਾ ਬੋਲਾ ਅੜਾਇਆ ਉਹ 8 ਬਾਹਾਂ ਵਾਲੇ ਕੋ, ਉਹ ਕਹਿੰਦਾ ਮੈਂ 8 ਬਾਹਾਂ ਵਾਲਾ ਟੇਕਾਂ। 16 ਵਾਲੇ ਕੋ, ਫਿਰ 1000 ਵਾਲੇ ਕੋ ਉੱਠਿਆ ਅਤੇ ਬੜੀ ਨਮਸਕਾਰ ਕੀਤੀ, ਮਹਾਰਾਜ ਧੰਨ ਭਾਗ ਤੁਸੀਂ ਦਰਸ਼ਨ ਦਿੱਤੇ। ਫਿਰ ਹਉਮੈ ਟੁੱਟ ਗਈ। ਇਸ ਤਰ੍ਹਾਂ ਨਾਭ ਕਬਲ ਤੇ ਬ੍ਰਹਮਾ ਉਪਜੈ, ਵੇਦ ਪੜ੍ਹੈ ਮੁਕੰਠ ਸਵਾਰ, ਤਾ ਕਾ ਅੰਤ ਨ ਜਾਈ ਲਖਣਾ, ਆਵਤ ਜਾਤ ਰਹੇ ਗੁਵਾਰ। ਕਿੰਨਾ ਚਿਰ ਗੁਬਾਰੇ 'ਚ ਘੁੰਮਦਾ ਰਿਹਾ ਹਨੇਰੇ 'ਚ, ਉਹਦਾ ਅੰਤ ਨਹੀਂ ਪਾਇਆ ਜਾਂਦਾ ਹੈ। ਤੇਰੋ ਅੰਤ ਨ ਕਿਨਹੀ ਲਈਐ, ਅੰਤ ਕੋ ਚਾਹਨ ਜੇ ਗਏ ਸੇ ਆਏ ਅੰਤ
ਗਵਾਏ। ਕਈ ਅੰਤ ਲੈਣ ਗਏ, ਉਹਨਾਂ ਦਾ ਆਪਣਾ ਹੀ ਅੰਤ ਹੋ ਗਿਆ, ਉਹਦਾ ਅੰਤ ਆਇਆ ਨਹੀਂ। ਕਈਆਂ ਨੇ ਯਤਨ ਕੀਤਾ ਨਾ ਵੀ ਓੜਕ ਲੈ ਲਈਏ, ਅੰਤ ਲੈ ਲਈਏ। ਸਾਇੰਸਿਸਟਾਂ ਨੇ ਕੀਤਾ ਵੀ ਜਿੱਲੇ ਬੰਦਾ ਮਰਦਾ ਆਪਾਂ ਦੇਖਣਾ ਵੀ ਜਿਹੜਾ ਵਿੱਚੋਂ ਨਿਕਲ ਕੇ ਜਾਂਦਾ ਉਹ ਕੀ ਹੈ। ਇਹ ਸਮੁੰਦਰ ਦੇ ਕਿਨਾਰੇ ਜਿੱਥੇ ਐਟਮੋਸਫੀਅਰ ਇੱਕੋ ਜਿਹਾ ਸੀ ਨਾ, ਸਮਤਲ, ਉੱਥੇ ਸ਼ੀਸ਼ ਮਹਿਲ ਤਿਆਰ ਕੀਤਾ। ਦੇਖਿਆ ਵੀ ਹੁਣ ਮਰ ਜਾਣਾ ਨਹੀਂ, ਬਚਣਾ। ਉੱਥੇ ਐਸਾ ਏਅਰ ਟਾਈਟ ਬਣਾ ਤਾ ਕਮਰਾ, ਆਕਸੀਜਨ ਦਾ ਅੰਦਰ ਇੰਤਜ਼ਾਮ, ਉੱਤੇ ਜਾਲ ਜੂਲ ਪਾਤੇ ਅਤੇ ਆਲੇ ਦੁਆਲੇ ਬੰਦੂਕਾਂ ਬਦਾਕਾਂ ਲੈ ਕੇ ਖੜੇ ਕਰਦੇ, ਜਿਹੜਾ ਨਿਕਲੂਗਾ ਜੋ ਫੜਨਾ ਜ਼ਰੂਰ ਆ, ਵੀ ਜਾਲ ਜੂਲ ਪਾਤੇ। ਅਤੇ ਜਿਹੜੇ ਸਮਾਂ ਆਇਆ ਦੂਰਬੀਨਾਂ ਲਾਈਆਂ ਆ, ਐਕਸਰੇ ਉਕਸਰੇ ਲਾਏ ਹੋਏ, ਅਤੇ ਕੜਕ ਕੜਕ ਸ਼ੀਸ਼ਾ ਉਹ ਟੁੱਟ ਗਿਆ। ਇਹ ਨਹੀਂ ਪਤਾ ਉਹ ਕੀ ਸੀ, ਕਿੱਧਰ ਗਿਆ। ਸੋ ਇਸ ਪ੍ਰਕਾਰ ਇਨਸਾਨ ਕਈ ਵਾਰੀ ਅੰਤ ਲੈਣ ਲਈ ਆਪਣੇ ਢੰਗ ਦੇ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਤਜਰਬੇ ਕਰਦਾ ਹੈ, ਪਰ ਉਹਦਾ ਅੰਤ ਲੈਣਾ ਬੜਾ ਔਖਾ ਹੈ। ਤੇਰੋ ਅੰਤ ਨਾ ਕਿਨਹੀ ਲਹੀਐ, ਤੇਰਾ ਅੰਤ ਕਿਸੇ ਤੋਂ ਨਹੀਂ ਜਾਣਿਆ ਗਿਆ ਹੈ। ਵਿਸਰਾਮ ਦੇ ਕੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਦੇ ਹਨ। ਕਹਿੰਦੇ ਬਸ ਛੁਟਕਾਰਾ ਅੰਤ ਲੈਣ ਵਿੱਚ ਨਹੀਂ, ਬੇਅੰਤ ਨਾਲ ਜੁੜਨ ਵਿੱਚ ਆ, ਅਰਦਾਸ ਕਰਨ ਵਿੱਚ ਹੈ ਕਿ ਅਸੀਂ ਬੜੇ ਪਾਪੀ ਹਾਂ। ਪਰ ਅਸੀਂ ਤਾਂ ਕਹਿੰਦੇ ਅਸੀਂ ਬੜੇ ਯੁਧਿਸ਼ਟਰ ਪੋਤੇ ਹਾਂ, ਅਸੀਂ ਤਾਂ ਪਾਪ ਕੀਤਾ ਹੀ ਕੋਈ ਨਹੀਂ। ਇਹ ਸਰੀਰ ਪਾਪ ਪੁੰਨ ਦਾ ਰਚਿਤ ਆ, ਕਿਹਦੇ ਪਾਪ ਘੱਟ ਆ, ਪੁੰਨ ਵਧੇਰੇ ਆ, ਕਿਹਦੇ ਪੁੰਨ ਵੱਧ ਆ, ਪਾਪ ਘੱਟ ਆ। ਦੇਵਤਿਆਂ ਦੇ ਸਰੀਰ ਵੀ ਨਿਰੇ ਪੁੰਨਮਈ ਨਹੀਂ, ਉਹਨਾਂ ਦੇ ਵੀ ਪਾਪਮਈ ਆ। ਜ਼ਿਆਦਾ ਪੁੰਨ ਕਰਕੇ ਕਹਿ ਦਈਦਾ ਦੇਵਤਾ ਪੁੰਨਮਈ ਹੈ। ਜੇ ਪਾਪਮਈ ਨਾ ਹੁੰਦਾ ਤੇ ਇੰਦਰ ਗੌਤਮ ਦੀ ਇਸਤਰੀ ਜੋ ਹਲਿਆ ਸੀ ਉੱਥੇ ਲਵਾਇਮਾਨ ਨਾ ਹੁੰਦਾ, ਉਦੋਂ ਉਹਦਾ ਪਾਪ ਕਰਮ ਹੀ ਸੀ ਨਾ। ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਭਗ ਗਾਮੀ, ਇਨ ਦੂਤਨ ਖਲਬਦ ਕਰ ਮਾਰਿਓ, ਵੱਡੋ ਨਲਾਜ ਅਜਹੂ ਨਹੀਂ ਹਾਰਿਓ। ਸੋ ਇਸ ਵਾਸਤੇ ਕਿਸੇ ਦੇ ਪਾਪ ਵਧੇਰੇ ਪੁੰਨ ਘਟਿਆ, ਕਈਆਂ ਦੇ ਪੁੰਨ ਵਧੇਰੇ ਪਾਪ ਘਟਿਆ, ਹੈ ਇਹ ਪਾਪ ਪੁੰਨ ਦੀ ਰਚੀ ਹੋਈ ਕਾਇਆ। ਕਿਉਂਕਿ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਆਏ ਮਨੁੱਖ, ਸੁੱਖ ਰੂਪੀ ਕੱਪੜਾ ਪੁੰਨ ਤੋਂ, ਦੁੱਖ ਰੂਪੀ ਕੱਪੜਾ ਪਾਪ ਤੋਂ ਹੈ। ਇਸ ਵਾਸਤੇ ਉਹਦੇ ਅੱਗੇ ਅਰਦਾਸ ਕਰਨੀ, ਇਹ ਨਹੀਂ ਕਿ ਮੈਂ ਬਹੁਤ ਉੱਤਮ ਹਾਂ, ਬੜਾ ਸ੍ਰੇਸ਼ਟ ਹਾਂ। ਅਰਦਾਸ ਕਰਨੀ ਹੈ ਕਿ ਇਹ ਸੱਚੇ ਪਾਤਸ਼ਾਹ ਕੋਟ ਅਪਰਾਧ ਹਮਾਰੇ ਖੰਡਹ, ਸਾਡੇ ਕਰੋੜਾਂ ਹੀ ਅਪਰਾਧ, ਇੱਕ ਦੋ ਗਿਣਤੀ ਨਹੀਂ, ਕਰੋੜਾਂ ਹੀ ਬੇਅੰਤ ਹੀ ਆ। ਕਿਹੜੀ ਕਿਹੜੀ ਜੂਨੀ ਕੀ ਕੀ ਕਰਦਾ ਆਇਆ। ਜੇ ਸਾਰਾ ਰੋਜ਼ਨਾਮਾ 'ਚ ਕੱਢ ਲਿਆ ਜਾਏ ਤਾਂ ਇਹ ਬਖਸ਼ਿਆ ਜਾਊਗਾ। ਰੋਜ਼ਨਾਮਾ 'ਚ ਉਹਦੇ ਕੋਲ, ਉਹਦੀ ਇੰਟਰਨੈਟ ਤਾਂ ਬਹੁਤ ਵੱਡੀ ਆ, ਆਹ ਤਾਂ ਫੇਲ ਹੋ ਜਾਣੀ ਨਾ, ਇੰਟਰਨੈਟਾਂ ਲਈ ਫਿਰਦੇ ਆ, ਉਹਦਾ ਤਾਂ ਫੇਲ ਵੀ ਨਹੀਂ ਹੁੰਦਾ। ਹੁਣ ਇਹਨਾਂ ਨੇ ਰੱਖਿਆ ਫਿਗਰ ਪ੍ਰਿੰਟ ਲਓ, ਕਿੰਨੀ ਸ੍ਰੇਸ਼ਟੀ ਹੈ। ਕਿਸੇ ਦੇ ਅੱਜ ਤੀ ਫਿਗਰ ਪ੍ਰਿੰਟ ਰਲੇ ਇੱਕ ਦੂਏ ਨੂੰ, ਸ਼ਕਲ ਅਕਲ ਰਲੀ ਕਿਸੇ ਦੀ, ਪਰਾਰਬਧ ਰਲੀ ਕਿਸੇ ਦੀ, ਨੈਣ ਨਕਸ਼ ਰਲੇ ਕਿਸੇ ਦੇ, ਕਿੰਨਾ ਕੁ ਦੀ ਡਾਈ ਆ, ਕਿੰਨੇ ਕੁ ਸਾਂਚੇ ਆ, ਕਿੱਥੇ ਕਿੱਥੇ ਘਾਟਤਾਂ ਘਟ ਰਿਹਾ, ਕਦੋਂ ਦੀ ਸ੍ਰਿਸ਼ਟੀ ਦੀ ਸਿਰਜਣਾ ਔਰ ਨਵੀਨ ਸ੍ਰਿਸ਼ਟੀ ਆ ਰਹੀ, ਕੋਈ ਜਾ ਰਹੀ ਹੈ। ਕਿਸੇ ਦਾ ਕਿਸੇ ਨਾਲ ਰਲਿਆ, ਕੋਈ ਨਾ ਕਿਸੇ ਹੀ ਜਿਹਾ ਪਾਇਆ। ਕਮਾਲ ਹੈ। ਉਹਦੇ ਨਾਲੋਂ ਵੱਡਾ ਕੋਈ ਸਾਇੰਸਦਾਨ ਹੈ? ਆ ਮਾੜੇ ਜਿਹੇ ਕ੍ਰਿਸ਼ਮੇ ਜਿਹਾ ਦੇਖ ਕੇ ਲੋਕ ਭੁੱਲੇ ਫਿਰਦੇ ਆ। ਅਸੀਂ ਜੀ ਵਿਗਿਆਨਕ ਯੁੱਗ ਵਿੱਚ ਹਾਂ। ਉਹ ਗੱਲਾਂ ਤਾਂ ਪੁਰਾਣੀਆਂ ਹੁੰਦੀਆਂ ਸੀ। ਇਹ ਧਾਰਮਿਕ ਫੀਮ ਦਾ ਗੋਲਾ ਹੈ, ਵਹਿਮ ਬਣਾਇਆ ਹੋਇਆ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਇਹ ਚਤਰਾਈ ਛੱਡ ਕੇ ਉਹਦੇ ਚਰਨਾਂ 'ਚ। ਅਤੇ ਹੁਣ ਆਹ ਦੇਖ ਲਓ, ਮਾੜਾ ਜਿਹਾ ਕਰੋਨਾ ਜਿਹਾ ਚੱਲਿਆ, ਕਰੋ ਨਾ ਕੁਝ ਵੀ, ਬਹਿ ਜਾਓ ਅੰਦਰ ਵੜ ਕੇ, ਮੂੰਹ ਲਪੇਟ ਕੇ,
ਆਹ ਦੇਖ ਲਓ ਸਾਰਿਆਂ ਦੀ ਪੇਸ਼ ਭੂਤਨੀ ਭੁਲਾਈ ਪਈ ਹੈ। ਵੱਡੇ ਵੱਡੇ ਜਿਹੜੇ ਅਤੇ ਜੇ ਉਹਦੇ ਅੱਗੇ ਅਰਦਾਸ ਕਰੀਏ ਫਿਰ ਮਿਹਰ ਵੀ ਕਰਦਾ। ਕੋਟ ਅਪਰਾਧ ਹਮਾਰੇ ਖੰਡਹ, ਸਾਡੇ ਮਹਾਰਾਜ ਕਰੋੜਾਂ ਹੀ ਅਪਰਾਧ ਆ, ਇਹ ਕਿਰਪਾ ਕਰਕੇ ਖੰਡ ਦਿਓ, ਨਾਸ ਕਰ ਦੇਣਾ ਕਰੋ। ਅਨਕ ਵਿਧੀ ਸਮਝਾਵੋ, ਆਪ ਜੀ ਦਾ ਕਿਰਪਾ ਕਰਕੇ ਅਨੇਕਾਂ ਵਿਧੀਆਂ ਨਾਲ ਸਮਝਾਉਂਦੇ ਆ, ਪਰ ਸਾਡੀ ਬੁੱਧੀ ਐਸੀ ਭੈੜੀ ਹੈ, ਸਮਝਦੀ ਨਹੀਂ। ਹੁਣ ਬਾਣੀ ਰੋਜ਼ ਕਹਿੰਦੀ ਕਿ ਆ ਨਸ਼ੇ ਨੁਸ਼ੇ ਨਾ ਕਰੋ, ਮੂੰਹ ਸਿਰ ਨਾ ਮੰਨੋ, ਪਰ ਆਪਾਂ ਮੰਨਣ ਨੂੰ ਤਿਆਰ ਨਹੀਂ। ਬੜੇ ਦ੍ਰਿਸ਼ਟਾਂਤਾਂ ਪ੍ਰਮਾਣਾਂ ਨਾਲ ਮਹਾਰਾਜ ਹਰ ਪੱਖ ਤੋਂ ਸਮਝਾਉਂਦੇ ਆ, ਵਿਕਾਰਾਂ ਤੋਂ ਬਚੋ, ਦੋਸ਼ਾਂ ਤੋਂ ਬਚੋ। ਪਰ ਸੰਸਾਰ ਦੇਖ ਲਓ ਮੁੜ ਮੁੜ ਕੇ ਉਹ ਜਿਵੇਂ ਗੰਦਗੀ ਦੇ ਕੀੜੇ ਗੰਦ ਗਲ ਜਾਂਦੇ ਨਾ, ਬੇਸ਼ਟਾ ਕੇ ਕੀੜੇ ਬੇਸ਼ਟਾ ਮਾਹੇ ਸਮਾ ਬਣਿਆ। ਹੁਣ ਸੂਰ ਦੇ ਮੂਹਰੇ ਜਲੇਬੀਆਂ ਰੱਖ ਦਿਓ, ਬਰਕ ਲਾ ਕੇ ਖਾਊਗਾ ਉਹ, ਜਿੱਧਰ ਗਾਂਦਿਆ ਰੂੜੀਆਂ ਨੂੰ ਦੌੜੂਗਾ। ਸ਼ਰਬਤ ਰੱਖ ਦਿਓ, ਰੂਹ ਕਿਹੜਾ ਪਾ ਕੇ ਲਿਆ ਤਾਂ ਮੂੰਹ ਲਾ ਜਾ, ਜਿੱਥੇ ਸਾਰੇ ਪਿੰਡ ਦਾ ਗੰਦਾ ਪਾਣੀ ਆਉਂਦਾ ਉਹ ਪੀਊਗਾ ਸੁੜਪੇ ਮਾਰ ਮਾਰ ਕੇ। ਅਤੇ ਇਸ ਤਰ੍ਹਾਂ ਜਿਹਦੀ ਬਿਰਤੀ ਇਹੋ ਜਿਹੀ ਬਣੀ ਆ, ਉਹ ਖੰਡੇ ਵੱਟ ਦਾ ਅੰਮ੍ਰਿਤ ਕਾਹਨੂੰ ਪੀਂਦੇ ਆ? ਉਹ ਗੰਦ ਪੀ ਰਹੇ ਆ। ਗੰਦ ਆਮਦ ਕੇ ਮੰਦ ਆਮਦ, ਗੰਦਾ ਖਾਣਾ ਅਤੇ ਮੰਦਾ ਬੋਲਣਾ, ਇਹ ਉਹਨਾਂ ਦਾ ਬਿਹਾਰ ਬਣਿਆ ਹੋਇਆ ਐਸੇ ਲੋਕਾਂ ਦਾ। ਉਹਨਾਂ ਨੂੰ ਮਹਾਰਾਜ ਨੇ ਕਹਿਣਾ, ਐਸੇ ਲੋਗਨ ਸਿਉ ਕਿਆ ਕਹੀ ਹੈ, ਜੋ ਪ੍ਰਭ ਕੀਏ ਭਗਤ ਤੇ ਬਾਹਰ ਤਿੰਨ ਤੇ ਸਦਾ ਡਰਾਨੇ ਰਹੀਏ। ਜਿਹੜੇ ਭਗਤੀ ਤੋਂ ਵਿਹੀਣੇ ਲੋਕ, ਕਿਹੜਾ ਪੁੱਠਾ ਕੰਮ ਹੈ ਜਿਹੜਾ ਨਹੀਂ ਕਰਦੇ? ਮਹਾਰਾਜ ਕਹਿੰਦੇ ਹੈ ਕਿ ਉਹਦੇ ਅੱਗੇ ਅਰਦਾਸ ਕਰੋ ਕਿ ਬਖਸ਼ੇ ਜਾਈਏ। ਕੋਟ ਅਪਰਾਧ ਹਮਾਰੇ ਖੰਡਹ, ਇਹ ਪਾਤਸ਼ਾਹ ਸਾਡੇ ਕਰੋੜਾਂ ਹੀ ਅਪਰਾਧ ਆ, ਕਿਰਪਾ ਕਰਕੇ ਖੰਡ ਦਿਓ, ਕਿਰਪਾ ਕਰਕੇ ਨਾਸ ਕਰ ਦੇਣਾ ਕਰੋ। ਹਮ ਅਗਿਆਨ ਅਲਪ ਮਤ ਥੋਰੀ, ਹਾਂ, ਅਨੇਕਾਂ ਵਿਧੀਆਂ ਨਾਲ ਸਾਨੂੰ ਸੋਝੀ ਦੇ ਕੇ ਸਮਝਾਉਣਾ ਕਰੋ। ਸਾਡੇ ਦਿਮਾਗ 'ਚ ਗੱਲ ਪੈ ਜਾਏ, ਤੇਰੇ ਚਰਨਾਂ ਨਾਲ ਜੁੜ ਜਾਈਏ, ਨਾਮ ਬਾਣੀ ਦਾ ਅਭਿਆਸ ਕਰੀਏ। ਹਮ ਅਗਿਆਨ, ਅਸੀਂ ਅਗਿਆਨਤਾ ਵਾਲੀ ਮਤ ਵਾਲੇ ਹਾਂ। ਅਲਪ ਮਤ ਥੋਰੀ, ਥੋੜ੍ਹੀ ਮਤ, ਅਲਪ ਤੁੱਛ ਬੁੱਧੀ ਵਾਲੇ ਹਾਂ। ਸਾਡੇ ਦਿਮਾਗ 'ਚ ਗੱਲ ਨਹੀਂ ਪੈਂਦੀ। ਇਸ ਤਰ੍ਹਾਂ ਦਾ ਹਾਲ ਬਣਿਆ ਹੋਇਆ ਕਿ ਮਹਾਰਾਜ ਕਿਰਪਾ ਕਰਕੇ ਸਾਨੂੰ ਸੋਝੀ ਦਿਓ, ਸਮਤ ਬਖਸ਼ਿਸ਼ ਕਰੋ। ਤੁਮ ਆਪਣਾ ਬਿਰਦ ਰਖਾਵੋ, ਪਾਤਸ਼ਾਹ ਸਾਡੇ ਔਗਣਾ ਮੰਦ ਕਰਮ ਵੱਲ ਨਾ ਦੇਖੋ, ਤੁਹਾਡਾ ਬਿਰਦ ਹੈ, ਧਰਮ ਫਰਜ਼ ਪਾਪੀਆਂ ਨੂੰ ਬਖਸ਼ ਦੇਣਾ। ਰਵਿਦਾਸ ਜੀ ਨੇ ਤਾਂ ਸਾਫ਼ ਹੀ ਕਿਹਾ ਨਾ ਕਿ ਜੇ ਮੈਂ ਪਾਪ ਨਾ ਕਰਦਾ, ਤੂੰ ਪਾਪੀਆਂ ਨੂੰ ਨਾ ਬਖਸ਼ਦਾ, ਤੇਰਾ ਨਾਮ ਪਤਿਤ ਪਾਵਨ ਪੈਣਾ ਕਿੱਥੋਂ ਸੀ? ਤੇਰਾ ਨਾਮ ਪਤਿਤ ਪਾਵਨ ਤਾਂ ਹੀ ਪਿਆ, ਤੂੰ ਪਾਪੀਆਂ ਨੂੰ ਬਖਸ਼ਦਾ ਰਿਹਾ। ਪਤਿਤ ਪਾਵਨ ਨਾਮ ਕੈਸੇ ਹੁੰਦਾ, ਇਹ ਤਾਂ ਹੀ ਤੇਰਾ ਨਾਮ ਪਤਿਤ ਪਾਵਨ ਹੋਇਆ, ਤੂੰ ਪਾਪੀਆਂ ਨੂੰ ਬਖਸ਼ਦਾ ਰਿਹਾ। ਅਤੇ ਜੇ ਤਾਂ ਦਰਵਾਜ਼ਾ ਬੰਦ ਕਰ ਲਿਆ ਫਿਰ ਤਾਂ ਗੱਲ ਵੱਖਰੀ ਹੈ। ਅਤੇ ਜੇ ਤੇਰਾ ਦਰਵਾਜ਼ਾ ਪਾਪੀਆਂ ਨੂੰ ਬਖਸ਼ਣ ਵਾਸਤੇ ਖੁੱਲ੍ਹਾ ਆ, ਅਸੀਂ ਪਾਪੀ ਹਾਂ, ਸਾਨੂੰ ਬਖਸ਼ ਦਿਓ। ਪਰ ਇਹ ਪਾਪੀ ਮੰਨਣ ਨੂੰ ਤਿਆਰ ਨਹੀਂ। ਉਹ ਲਛਮਣ ਜੀ ਕਹਿਣ ਲੱਗੇ, ਮਹਾਰਾਜ ਰਾਮਚੰਦਰ ਜੀ, ਮਹਾਰਾਜ ਕਿੱਡਾ ਗੁਨਾਹੀ ਆ ਜਾਂਦਾ। ਉਹ ਆ ਕਹਿੰਦਾ ਪਾਪੀ ਹੈ, ਕਹਿੰਦੇ ਜਾ ਬਖਸ਼। ਕਹਿੰਦੇ ਉਸੇ ਵੇਲੇ ਉਹਨੂੰ ਕੋਈ ਡੰਡ ਡੁੰਡ ਵੀ ਨਹੀਂ ਲਾਉਂਦੇ। ਉਹ ਕਹਿੰਦੇ ਲਛਮਣ ਮੇਰਾ ਬਿਰਦ ਹੀ ਐਸਾ, ਜਿਹੜਾ ਆ ਕੇ ਕਹਿ ਦਿੰਦਾ ਨਾ, ਮੈਂ ਉਸੋਂ ਹੀ ਕਰਨਾਂ ਵਿੱਚ ਆ ਜਾਂਦਾ। ਵੱਡਿਆਂ ਵਿੱਚ ਐਸੀ ਕਿਰਪਾ ਹੁੰਦੀ, ਜਿਹੜਾ ਆਮ ਬੰਦਾ ਉਹ ਥੋੜ੍ਹੀ ਬਖਸ਼ਦਾ। ਇਹ ਤਾਂ ਮਹਾਰਾਜ ਹੀ ਹੈ ਜਿਹੜੇ ਬੜੇ ਬੜੇ ਗੁਨਾਹੀਆਂ ਨੂੰ ਬਖਸ਼ ਦਿੰਦੇ ਆ, ਅਤੇ ਆਮ ਬੰਦਾ ਤਾਂ ਹੁੰਦਾ ਹੀ ਨਹੀਂ, ਐਵੇਂ ਕਿਵੇਂ ਹੋਣੀ ਚਾਹੀਦੀ ਸੀ। ਸੋ ਇਸ ਵਾਸਤੇ ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ, ਤੁਹਾਡਾ ਬਿਰਦ ਧਰਮ ਫਰਜ਼, ਜਿਹੜਾ ਤੇਰੀ ਸ਼ਰਨ ਆ ਜਾਂਦਾ ਉਹਨਾਂ ਨੂੰ ਤੁਸੀਂ ਬਖਸ਼ ਦਿੰਦੇ ਹੋ। ਕਿਰਪਾ ਕਰਕੇ ਬਖਸ਼ ਦੇਣਾ ਕਰੋ। ਹੁਣ ਅਕਾਲ ਤਖਤ ਸਾਹਿਬ ਅਰਦਾਸ ਹੋਈ ਹੈ, ਅਤੇ ਜਿੰਨਾ ਚਿਰ ਆਪਣੀ ਚਤਰਾਈ 'ਚ ਆ ਉਨਾ ਚਿਰ ਮਾਫੀ ਮੰਗਣ ਲਈ ਤਿਆਰ ਨਹੀਂ। ਜਦੋਂ ਸਮਝ ਆਉਂਦੀ ਹੈ ਵੀ ਇਹ ਗਲਤੀ ਹੈ, ਇਹ ਗਲਤੀ ਤੋਂ ਬਰੀ ਤਾਂ ਹੋ ਸਕਦੇ ਹਾਂ
ਜੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗੇ। ਪਹਿਲਾਂ ਤਾਂ ਗਲਤੀ ਅਹਿਸਾਸ ਹੀ ਨਹੀਂ ਕਰਦਾ, ਅਤੇ ਜੇ ਗਲਤੀ ਅਹਿਸਾਸ ਕਰੂਗਾ ਫਿਰ ਬਖਸ਼ਾਊਗਾ। ਗਲਤੀ ਕਰਕੇ ਵੀ ਇਹ ਕਹਿੰਦਾ ਅਸੀਂ ਥੋੜ੍ਹੀ ਕੀਤੀ, ਤਾਂ ਫਲਾਣੇ ਨੇ ਕੀਤੀ ਸੀ, ਅਤੇ ਤੂੰ ਵੀ ਤਾਂ ਨਾਲ ਹੀ ਸੀ, ਤੂੰ ਵੱਖਰਾ ਥੋੜ੍ਹੀ ਸੀ। ਸੋ ਇਸ ਵਾਸਤੇ ਭਾਈਵਾਲ ਤਾਂ ਤੂੰ ਬਰਾਬਰ ਦਾ ਸੀ। ਅਤੇ ਹੁਣ ਅਰਦਾਸ ਵਾਸਤੇ ਕੰਨੀ ਕਤਰਾਉਣਾ, ਮੈਂ ਬੜਾ ਯੁਧਿਸ਼ਟਰ ਹਾਂ, ਸ੍ਰੇਸ਼ਟ ਹਾਂ। ਇਸ ਵਾਸਤੇ ਗੁਰੂ ਅੱਗੇ ਤਾਂ ਬੇਨਤੀ ਕਰਨੀ ਪੈਂਦੀ ਹੈ। ਮੈਂ ਕਹਿੰਦਾ ਸੱਚਾ ਵੀ ਹੋਵੇ ਤਾਂ ਵੀ ਮਹਾਰਾਜ ਅੱਗੇ ਮਾਫੀ ਮੰਗ ਲੈਣੀ ਚਾਹੀਦੀ ਹੈ। ਇਹ ਵੀ ਹੰਕਾਰ ਹੁੰਦਾ ਮੈਂ ਸੱਚਾ ਹਾਂ, ਇਹ ਵੀ ਹੰਕਾਰ ਆ। ਇੱਕ ਤਾਂ ਬੁਰਾਈ ਦਾ ਹੰਕਾਰ, ਇਹ ਵੀ ਹੰਕਾਰ ਮੈਂ ਤਾਂ ਬਹੁਤ ਸੱਚਾ ਜੀ। ਇਹ ਹੰਕਾਰ ਤਾਂ ਬੋਲ ਰਿਹਾ ਕਿ ਨਹੀਂ। ਗੁਰੂ ਅੱਗੇ ਝੁਕਣਾ ਹੀ ਬਣਦਾ ਹੈ, ਵੱਡਿਆਂ ਅੱਗੇ ਝੁਕਣਾ ਹੀ ਬਣਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਤੁਮਰੀ ਸਰਣ ਤੁਮਾਰੀ ਆਸਾ, ਮੈਂ ਤੁਹਾਡੀ ਸ਼ਰਨ ਹਾਂ। ਉਹ ਸ਼ੇਸ਼ਪਾਲ ਸੀ ਨਾ, ਉਹ ਬੜੀ ਨਿੰਦਿਆ ਕਰਦਾ ਹੁੰਦਾ ਸੀ ਕ੍ਰਿਸ਼ਨ ਮਹਾਰਾਜ ਦੀ। ਉਹਦੀ ਮਾਂ ਆ ਗਈ, ਮਹਾਰਾਜ ਬਖਸ਼ ਦਿਓ। ਕਹਿੰਦੇ 100 ਗਾਲ ਤੱਕ ਬਖਸ਼ ਦਿਆਂਗਾ, 101 ਹੋਈ ਫੇਰ ਨਹੀਂ ਬਖਸ਼ਣਾ। ਮਹਾਰਾਜ ਕਹਿੰਦੇ ਜੇ ਤਾਂ 100 ਗਾਲ ਕੱਢੂ ਫਿਰ ਤਾਂ ਮਾਫ ਕਰ ਦਿਆਂਗੇ, ਜੇ ਬੁੜੀਏ ਇੱਕ ਵੱਧ ਗਈ ਤਾਂ ਫੇਰ ਪੈਣਗੀਆਂ। ਸੋ ਇਸ ਵਾਸਤੇ ਉਹ ਹਟਿਆ ਨਹੀਂ, ਅਤੇ ਉਹਦੀ ਫਿਰ ਦਸ਼ਾ ਜਿਹੜੀ ਹੋਈ ਉਹ ਪਤਾ ਹੀ ਹੈ ਕਿਸ ਤਰ੍ਹਾਂ ਦੀ ਹੋਈ ਸੀ ਸ਼ਿਸ਼ਪਾਲ ਦੀ। ਸੋ ਇਸ ਕਰਕੇ ਸਾਡੀ ਹਾਲਤ ਵੀ ਤਾਂ ਇਸੇ ਤਰ੍ਹਾਂ ਦੀ ਬਣੀ ਹੋਈ ਹੈ ਨਾ। ਅੱਜ ਕਿਹੜੇ ਸ਼ਿਸ਼ਪਾਲ ਹੈ ਨਹੀਂ, ਦੁਰਯੋਧਨ ਹੈ ਨਹੀਂ। ਇਹੋ ਜਿਹਾ ਲੋਕ ਬਹੁਤ ਆ, ਕੋਈ ਅੰਤ ਸ਼ੁਮਾਰ ਨਹੀਂ ਹੈ। ਬਲਕਿ ਇਹਨਾਂ ਦੇ ਤਾਂ ਟੋਲੇ ਦਨਾ ਦਨ ਕਰਦੇ ਫਿਰ ਰਹੇ ਆ, ਜੋ ਇਸ ਵੇਲੇ ਸਮਾਜ ਦਾ ਹਾਲ ਬਣਿਆ ਬਣਾਇਆ ਹੈ। ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਹਨ ਕਿ ਮਹਾਰਾਜ ਇਉਂ ਉਹਦੇ ਅੱਗੇ ਅਰਦਾਸ ਕਰੀਏ ਕਿ ਅਸੀਂ ਅਗਿਆਨੀ ਹਾਂ, ਥੋੜ੍ਹੀ ਮੱਤ ਵਾਲੇ ਹਾਂ। ਤੁਸੀਂ ਆਪਣਾ ਗੌਰਵ ਧਰਮ ਜਾਣ ਕੇ ਸਾਨੂੰ ਬਖਸ਼ ਦੇਣਾ ਕਰੋ। ਤੁਮਰੀ ਸਰਣ ਤੁਮਾਰੀ ਆਸਾ, ਹੁਣ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ ਅਤੇ ਸਾਨੂੰ ਤੁਹਾਡੇ 'ਤੇ ਆਸ ਹੈ। ਤੁਸੀਂ ਸਾਡੀ ਸਹਾਇਤਾ, ਆਪ ਜੀ ਸਾਡੀ ਰੱਖਿਆ ਕਰੋਗੇ। ਅਤੇ ਹੁਣ ਕਈਆਂ ਨੇ ਆ ਬੋਡੀਗਾਰਡ ਰੱਖੇ ਹੋਏ ਆ, ਇੱਥੇ ਤਾਂ ਲਈ ਫਿਰਦੇ ਬੰਦੂਕੜੀਆਂ ਜਿਹੀਆਂ ਲੈ ਕੇ, ਅਤੇ ਜਿਹੜੇ ਮਰ ਕੇ ਜਾਓਗੇ ਇਹ ਬੋਡੀਗਾਰਡ ਜਾਣਗੇ ਨਾਲ, ਉੱਥੇ ਤੁਹਾਡੇ ਕਰਮਾਂ ਨੇ ਨਾਲ ਜਾਣਾ। ਉੱਥੇ ਦਾ ਪਾਪ ਬੋਲਣਗੇ ਕੀ ਕੀ ਕਰਦਾ ਆਇਆ ਬੋਡੀਗਾਰਡਾਂ ਦੇ ਪ੍ਰਭਾਵ ਥੱਲੇ। ਉਦੋਂ ਤਾਂ ਲੋਕਾਂ ਨੂੰ ਡਰਾ ਧਮਕਾ ਕੇ ਗਲਤੀਆਂ ਕਰਦਾ ਆਇਆ। ਇਹ ਜਮਰਾਜ ਦੇ ਅੱਗੇ ਤੇਰੇ ਬੋਡੀਗਾਰਡਾਂ ਨੇ ਕੰਮ ਨਹੀਂ ਕਰਨਾ, ਅੰਗ ਰੱਖਿਆ ਨਾ। ਕਈ ਵਾਰੀ ਅੰਗ ਰੱਖ ਕੇ ਬੈਰੀ ਬਣ ਜਾਂਦੇ ਆ। ਸਰੀਰ ਦੇ ਅੰਗ ਜਿਹੜੇ ਇਹਨਾਂ ਨੂੰ ਵੱਡਾ ਕੋਈ ਰੱਖਕ ਹੈਗਾ। ਡੋਡਾ ਹੋ ਗਿਆ, ਪਿੰਗਲਾ ਹੋ ਗਿਆ, ਗਠੀਆ ਹੋ ਗਿਆ, ਅਧਰੰਗ ਹੋ ਗਿਆ, ਇਹ ਅੰਗ ਰੱਖਕ ਵੀ ਤੈਨੂੰ ਜਵਾਬ ਦੇ ਜਾਂਦੇ ਆ। ਵੱਡੇ ਅੰਗ ਰੱਖਕ ਤਾਂ ਸਾਡੇ ਇੰਦਰੀਏ ਆ ਨਾ। ਬਹੁਤਾ ਹੰਕਾਰ ਕਰੇਗਾ ਉਹ ਵੀ ਨੂੜ ਕੇ ਬਹਾਲ ਦਿੰਦਾ ਪਰਮੇਸ਼ਰ। ਅਤੇ ਇਸ ਵਾਸਤੇ ਕਈਆਂ ਨੂੰ ਤਾਂ ਇਹ ਹੁੰਦਾ ਮੇਰੇ ਅੰਗ ਰੱਖਿਆ ਕਿਆ ਜੀ, ਬੋਡੀ ਗਾਰਡ ਆ ਜੀ, ਬੋਡੀ ਦੀ ਗਾਰਡ ਪੁਣਾ ਰੱਖਿਆ ਕਰਦੇ ਹਾਂ। ਉਹਦੇ ਨਾਲੋਂ ਵੱਡਾ ਕੋਈ ਰੱਖਿਅਕ ਹੈ? ਪ੍ਰਹਲਾਦ ਦੇ ਨਾਲ ਕੌਣ ਸੀ? ਉਹ ਬੋਡੀਗਾਰਡ ਤਾਂ ਸਾਰੇ ਉਲਟ ਹੋਏ ਹੋ ਸੀ। ਇੱਕ ਪਰਮਾਤਮਾ ਸੀ। ਕਬੀਰ ਦੀਆਂ ਮੁਸ਼ਕਾਂ ਮੰਨ ਕੇ ਗੰਗਾ 'ਚ ਸੁੱਟਿਆ। ਉਹਦੇ ਬੋਡੀਗਾਰਡਾਂ ਨੇ ਸਿਕੰਦਰ ਲੋਧੀ ਦੇ ਕੌਣ ਰਾਖਾ ਸੀ? ਪਰਮਾਤਮਾ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਉੱਪਰ ਬੈਠੇ ਕਬੀਰ। ਇਸ ਵਾਸਤੇ ਪਾਤਸ਼ਾਹ ਕਹਿੰਦੇ ਹਨ ਤੁਮਰੀ ਸ਼ਰਨ, ਤੁਹਾਡੀ ਸ਼ਰਨ ਹੈ, ਤੁਹਾਡੀ ਸ਼ਰਨ, ਤੁਮਾਰੀ ਆਸਾ, ਤੁਹਾਡੇ 'ਤੇ ਆਸ ਲੱਗੀ ਹੋਈ ਹੈ। ਤੁਮ ਹੀ ਸੱਜਣ ਸੁਹੇਲੇ, ਤੁਸੀਂ ਸਾਡੇ ਸੁਹੇਲੇ ਸੁੱਖ ਦੇਣ ਵਾਲੇ ਸੱਜਣ ਆ। ਅੱਜ ਕੱਲ੍ਹ ਜਿਹੜੇ ਪਿਆਲੀ ਨਾਲ ਪੀਣ ਵਾਲੇ ਸੁੱਖ ਥੋੜ੍ਹੀ ਦਿੰਦੇ ਆ, ਜਾਂ ਚਿੱਟਾ ਚੁੱਟਾ ਪੱਕਣ ਵਾਲੇ, ਧੂੰਆਂ ਲੈਣ ਵਾਲੇ। ਇਹੋ ਜਿਹਾ ਜਿਹੜੇ ਸੱਜਣ ਆ ਇਹ ਤਾਂ ਫਿਰ ਜਾਂ ਚੋਰ ਡਾਕੂ ਬਦਮਾਸ਼ ਆ, ਪਹਿਲਾਂ ਤਾਂ ਇਕੱਠੇ ਹੋ ਕੇ ਲੁੱਟਦੇ ਆ, ਫਿਰ ਵੰਡਣ 'ਤੇ ਮਰਦੇ ਇੱਕ ਦੂਜੇ ਨੂੰ। ਜਦੋਂ ਇਹਨਾਂ ਦੀ ਮੌਤ ਹੁੰਦੀ ਨਾ ਵੰਡਣ ਵੇਲੇ ਹੁੰਦੀ ਆ। ਇਹ ਗੱਫਾ ਜ਼ਿਆਦਾ ਨਾ ਲੈ ਜਾਏ,
ਗੱਜ ਕੇ ਬੋਲੋ। ਸ੍ਰੀ ਵਾਹਿਗੁਰੂ ਜੀ। ਇਸ ਵਾਸਤੇ ਕਹਿੰਦੇ ਫਿਰ ਸੱਜਣ ਕੌਣ ਆ? ਬਾਕੀ ਤਾਂ ਦੁਖਦਾਈ ਸੱਜਣ ਦੁਹੇਲੇ ਆ, ਇਹ ਸੱਜਣ ਆ। ਸਾਡੇ ਮਾੜੇ ਕਰਮ ਦੁਹੇਲੇ ਸੱਜਣ ਆ, ਸਾਡੇ ਚੰਗੇ ਕਰਮ ਸਹੇਲੇ ਸੱਜਣ ਆ। ਇਸ ਕਰਕੇ ਚੰਗੇ ਕੰਮ ਕਰਿਆ ਕਰੋ। ਇਹ ਸਹੇਲੇ ਸੱਜਣ ਆ ਸੁੱਖ ਦੇਣ ਵਾਲੇ। ਅਤੇ ਗੁਰੂ ਮਹਾਰਾਜ ਸਹੇਲੇ ਸੱਜਣ ਕਿਉਂ ਆ? ਸਾਨੂੰ ਸ੍ਰੇਸ਼ਟ ਮੱਤ ਦੇ ਕੇ ਭਲੇ ਪਾਸੇ ਲਾਉਂਦੇ ਆ। ਇਸ ਕਰਕੇ ਕਹਿੰਦੇ ਤੁਮ ਹੀ ਸੱਜਣ ਸੁਹੇਲੇ। ਤੁਸੀਂ ਕਿਹੋ ਜਿਹੇ ਸੱਜਣ ਆ? ਸੁਹੇਲੇ, ਸਦਾ ਸੁੱਖ ਦੇਣ ਵਾਲੇ, ਦੁੱਖ ਦੇਣ ਵਾਲੇ ਨਹੀਂ ਹੋ। ਅਤੇ ਜਦੋਂ ਬੰਦਾ ਮਰਦਾ ਆਪਣੇ ਸੱਜਣਾਂ ਤੋਂ ਮਰਦਾ, ਬੈਰੀ ਤੋਂ ਤਾਂ ਮਰਦਾ ਹੀ ਨਹੀਂ। ਬੈਰੀ ਤੋਂ ਤਾਂ ਸਾਵਧਾਨ ਰਹੂਗਾ। ਅਤੇ ਜਦੋਂ ਉਹ ਮਿੱਤਰ ਮਾਰ ਹੋਊ, ਬੈਰੀ ਤੋਂ ਵੀ ਮਰਾਊਗਾ, ਮਿੱਤਰ ਮਰਾਊਗਾ। ਇਸ ਵਾਸਤੇ ਕਹਿੰਦੇ ਹੇ ਪਰਮਾਤਮਾ, ਜਿਹੜਾ ਤੈਨੂੰ ਸੱਜਣ ਬਣਾ ਲੈਂਦਾ ਨਾ, ਉਹਨੂੰ ਤੂੰ ਧੋਖਾ ਨਹੀਂ ਦਿੰਦਾ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤੇ ਖੜੇ। ਉਹ ਸੱਜਣ ਠੱਗ ਨੇ ਆਪਣਾ ਨਾਂ ਸੱਜਣ ਰਖਾਇਆ ਸੀ ਨਾ, ਅਤੇ ਜਿਹੜਾ ਆ ਗਿਆ ਲੁੱਟ ਖਸੁੱਟ ਕੇ ਮਾਰ ਕੇ ਦਰਿਆ 'ਚ ਰੋੜ ਦਿੱਤਾ, ਨਾਂ ਦਾ ਸੱਜਣ ਸੀ। ਅਤੇ ਮਹਾਰਾਜ ਨੇ ਫਿਰ ਉਹਨੂੰ ਦੱਸਿਆ ਕਿ ਸੱਜਣਾ, ਸੱਜਣ ਵਾਲੇ ਕੰਮ ਕਰ। ਸੱਜਣਾ ਵਾਲੇ ਨਾਂ ਰਖਾਉਣ ਨਾਲ ਗੱਲ ਨਹੀਂ ਬਣਨੀ। ਉਜਲ ਕਹਿਆਂ ਚਰਕਣ ਘੋਟਮ ਕਾਲੜੀ ਮਸ, ਧੋਤਿਆਂ ਝੂਠਣ ਉਤਰਿਆ ਜੇ ਸੋ ਧੋਵਣ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਾ। ਸੱਜਣ ਉਹ ਪਰਮਾਤਮਾ ਸੁਹੇਲਾ, ਸੁੱਖ ਦੇਣ ਵਾਲਾ ਸੱਜਣ। ਆ ਸਾਰਾ ਸੰਸਾਰ ਤੜਫ ਰਿਹਾ ਸੀ ਕਿ ਨਹੀਂ? ਧੰਨ ਗੁਰੂ ਨਾਨਕ ਸਾਹਿਬ ਨੇ ਬਾਂਹ ਫੜੀ, ਕਲਗੀਆਂ ਵਾਲੇ ਪਾਤਸ਼ਾਹ ਨੇ। ਕਿੰਨਾ ਜ਼ੁਲਮ ਹੁੰਦਾ ਸੀ, ਕਿੰਨਾ ਅਤਿਆਚਾਰ ਹੁੰਦਾ ਸੀ। ਅਤੇ ਨੌਵੇਂ ਪਾਤਸ਼ਾਹ ਐਸਾ ਸੱਜਣ ਬਣਿਆ, ਅਤੇ ਰੋਜ਼ ਕਹਿੰਦੇ ਸਵਾ ਮਣ ਜੰਜੂ ਲਾ ਕੇ ਫਿਰ ਪਾਣੀ ਪੀਂਦਾ ਸੀ। ਪਰ ਉਹ ਸੱਜਣ ਤਾਂ ਸਾਨੂੰ ਭੁੱਲ ਗਿਆ। ਹੁਣ ਤਾਂ ਐਕਟਰ ਅਤੇ ਐਕਟਰ ਸਾਨੂੰ ਸੱਜਣ ਬਣਾਇਆ ਹੋਇਆ, ਜਿਹੜੇ ਪੁੱਠੀ ਮੱਤ ਦਿੰਦੇ ਆ। ਇੱਧਰ ਤਾਂ ਸਾਡਾ ਧਿਆਨ ਹੀ ਨਹੀਂ ਰਿਹਾ। ਹਰ ਵੇਲੇ ਉਹਨਾਂ ਦੀਆਂ ਫਿਲਮਾਂ ਦੇਖਦੇ ਆ, ਅਤੇ ਬਾਣੀ ਛੱਡ ਕੇ ਬਾਣਾ ਛੱਡਤਾ, ਅੰਮ੍ਰਿਤ ਛੱਡਤਾ, ਸਿੱਖੀ ਛੱਡ ਦਿੱਤੀ। ਕਿੱਧਰ ਤੁਰ ਪਏ ਅਸੀਂ? ਪਾਤਸ਼ਾਹ ਕਹਿੰਦੇ ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਤੁਸੀਂ ਸਹੇਲੇ, ਸੁੱਖ ਦੇਣ ਵਾਲੇ ਪਾਤਸ਼ਾਹ ਸੱਜਣ ਹੋ। ਰੱਖੋ ਰੱਖਣਹਾਰ ਦਇਆਲਾ। ਇਹ ਲੋਕ ਪਰਲੋ ਵਿੱਚ ਰੱਖਿਆ ਕਰਨ ਵਾਲੇ, ਤੁਸੀਂ ਸਾਡੀ ਰੱਖਿਆ ਕਰੋ। ਆ ਪਰਸੋਂ ਬੰਦੀ ਛੋੜ ਦਿਵਸ ਸੀ ਨਾ, ਉਹ ਘਾਈਆ ਸਿੱਖ ਘਾਹ ਖੋਤ ਲਿਆ, ਇੱਕ ਪੰਡ ਵੇਚ ਕੇ 2 ਪੈਸੇ। ਉਹ ਜਲੇ ਗਿਆ ਵੀ ਮਹਾਰਾਜ ਆਏ ਆ, ਵੀ ਉੱਥੇ ਅੰਮ੍ਰਿਤਸਰ ਤਾਂ ਜਾਣਾ ਦੂਰ ਆ, ਕੁਦਰਤੀ ਆਗਰੇ ਉਹ ਸਿੱਖ ਰਹਿੰਦਾ ਸੀ। ਵੀ ਮਹਾਰਾਜ ਇੱਧਰ ਆਏ ਆ ਤਾਂ ਮੌਜ ਹੋ ਗਈ, ਇੱਥੇ ਦਰਸ਼ਨ ਮੇਲਾ ਹੋ ਜਾਏਗਾ। ਉਹ ਘਾਹ ਲੈ ਕੇ ਮਹਾਰਾਜ ਘੋੜਿਆਂ ਲਈ, ਅਤੇ ਪੈਸਾ 2 ਪੈਸੇ ਲੈ ਕੇ ਉਹ ਮੋਹਰੇ ਜਹਾਂਗੀਰ ਦਾ ਡੇਰਾ ਸੀ। ਉਹ ਹੁਣ ਪਹਿਲੀ ਵਾਰੀ ਦਰਸ਼ਨ ਕਰਨਾ ਸੀ। ਕਹਿੰਦੇ ਸੱਚੇ ਪਾਤਸ਼ਾਹ ਦਰਸ਼ਨ। ਉਹ ਜਹਾਂਗੀਰ ਦੇ ਲਗਾ, ਉਹ ਜਲੇ ਲਗਾਇਆ ਪੰਡ ਰੱਖ ਕੇ ਘਾਹ ਕਿ ਸੱਚੇ ਪਾਤਸ਼ਾਹ ਮੁਕਤੀ ਦਿਓ, ਨਾਮ ਦਿਓ, ਭਗਤੀ ਦਿਓ, ਆਵਾ ਗੁਣ ਮਿਟਾਓ, ਸਿੱਖੀ ਦਿਓ। ਉਹਨੂੰ ਸ਼ੰਕਾ ਇੱਕ ਦਿਨ ਜਹਾਂਗੀਰ ਨੂੰ ਹੋਈ ਸੀ, ਮਹਾਰਾਜ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਆ? ਪਾਤਸ਼ਾਹ ਤਾਂ ਮੈਂ, ਤੁਸੀਂ ਪਾਤਸ਼ਾਹ ਨਹੀਂ। ਮਹਾਰਾਜ ਕਹਿੰਦੇ ਅਸੀਂ ਤਾਂ ਕਹਾਉਂਦੇ ਨਹੀਂ, ਇਹ ਤਾਂ ਕਹਿਣ ਵਾਲਿਆਂ ਨੂੰ ਪਤਾ ਹੋਊ ਜਿਹੜੇ ਕਹਿੰਦੇ ਆ। ਅਤੇ ਹੁਣ ਮਹਾਰਾਜ ਨੇ ਉੱਤਰ ਤਾਂ ਦੇਣਾ ਹੀ ਸੀ ਢੰਗ ਦੇ ਨਾਲ। ਉਹ ਕਹਿੰਦੇ ਵੀ ਉਹ ਤਾਂ ਅੱਗੇ ਆ, ਵੀ ਇਹੋ ਜਿਹੀਆਂ ਗੱਲਾਂ ਤਾਂ ਉੱਥੇ ਹੁੰਦੀਆਂ ਹੁੰਦੀਆਂ, ਮੈਨੂੰ ਮੁਕਤੀ ਦੇ ਦਿਓ, ਮੇਰਾ ਲੋਕਪੁਰ ਸੁਲਾਰ ਦਿਓ। ਜਹਾਂਗੀਰ ਤਾਂ ਕਹਿੰਦਾ ਮੈਂ ਐਸ ਲੋਕ ਤੋਂ ਕੋਈ ਪਦਾਰਥ ਦੇ ਸਕਦਾ, ਪਰਲੋਕ 'ਚ ਨਹੀਂ ਮੈਂ ਕਰ ਸਕਦਾ। ਪਰਲੋਕ ਤਾਂ ਖੁਦਾ ਕਰ ਸਕਦਾ ਜਾਂ ਖੁਦਾ ਦੇ ਪਿਆਰੇ ਕਰ ਸਕਦੇ। ਉਹਨੂੰ ਪੰਡ ਚੁੱਕੀ, ਪੈਸੇ ਚੁੱਕ ਕੇ ਤੁਰ ਪਿਆ। ਅਤੇ ਜਹਾਂਗੀਰ ਨੇ ਕਮਾਲ ਦਾ ਗੱਲ, ਬੜਾ ਬੇਪਰਵਾਹ। ਜਹਾਂਗੀਰ ਉਸ ਵੇਲੇ ਮਗਰ ਆ ਗਿਆ, ਅਤੇ ਆ ਕੇ ਪੰਡ ਕਹਿੰਦੇ ਮਹਾਰਾਜ ਮੈਂ ਤਾਂ ਝੂਠੇ ਪਾਤਸ਼ਾਹ ਕੋਲ ਫਸ ਗਿਆ ਸੀ, ਸੱਚਾ ਪਾਤਸ਼ਾਹ ਤਾਂ ਇੱਧਰ ਆ। ਜਹਾਂਗੀਰ ਕਹਿੰਦਾ ਮਹਾਰਾਜ ਤੇਰੇ ਸਿੱਖ ਕਿਹੋ ਜਿਹਾ, ਮੇਰਾ ਮੁੱਲ 2 ਪੈਸੇ ਤੇ ਘਾਹ ਦੀ ਪੰਡ ਨਹੀਂ ਪਾਇਆ। 2 ਪੈਸੇ ਅਤੇ ਘਾਹ ਦੀ ਪੰਡ ਨਹੀਂ ਮੁੱਲ ਪਾਇਆ। ਤੇਰੇ ਸਿੱਖ ਕਿਹੋ ਜਿਹਾ ਬੇਪਰਵਾਹ ਆ, ਗਰੀਬ ਸਿੱਖ ਅਤੇ ਬੇਪਰਵਾਹ ਕੈਸਾ, ਕਮਾਲ ਹੈ। ਧੰਨ ਸੱਚੇ ਪਾਤਸ਼ਾਹ, ਤਾਂ ਸੱਚਾ ਪਾਤਸ਼ਾਹ। ਫਿਰ ਜਹਾਂਗੀਰ ਦਾ ਭੁਲੇਖਾ ਨਿਕਲਿਆ ਵੀ ਸੱਚਾ ਪਾਤਸ਼ਾਹ ਆ, ਮੈਂ ਤਾਂ ਝੂਠਾ ਹੀ ਹਾਂ। ਹਾਂਜੀ, ਨਾਨਕ ਧਰਕੇ ਗੋਲੇ
ਅਸੀਂ ਮਹਾਰਾਜ ਤੇਰੇ ਘਰ ਦੇ ਗੋਲੇ ਦਾਸ। ਇਹ ਦਾਸਾਂ ਦਾ ਪੰਥ ਬਣਾਇਆ। ਹੁਣ ਸਾਡੇ ਚੌਧਰ ਦੀ ਭੁੱਖ ਬਹੁਤ ਵੱਧ ਗਈ ਹੈ। ਹਰ ਇੱਕ ਚੌਧਰੀ ਬਣਿਆ ਫਿਰਦਾ। ਕੋਈ ਸੰਸਥਾ ਨਵੀਂ ਖੜੀ ਕਰ ਲੈਂਦੇ ਆ ਕਿ ਹੁਣ ਉਹ ਪੁਰਾਣੇ ਦਾ ਮੈਨੂੰ ਮੁਖੀ ਬਣਾਉਂਦੇ ਨਹੀਂ, ਪਰ ਚੱਲ ਇਹਦਾ ਹੀ ਮੁਖੀ ਬਣ ਜਾਣਾ। ਗੱਜ ਕੇ ਬੋਲੋ। ਇਹ ਕੰਮ ਆਪਣੇ 'ਚ ਬਹੁਤ ਤੁਰ ਪਿਆ। ਇਹ ਚੀਜ਼ਾਂ ਨਾਲ ਕੌਮੀ ਸ਼ਕਤੀ ਕਮਜ਼ੋਰ ਹੁੰਦੀ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਤੁਮ ਹੀ ਸੱਜਣ ਸਹੇਲੇ, ਸੁੱਖ ਦੇਣ ਵਾਲੇ ਆ। ਤੁਮਰੀ ਸਰਨ ਤੁਮਾਰੀ ਆਸਾ, ਤੁਮੀ ਸੱਜਣ ਸਹੇਲੇ, ਰਾਖੋ ਰਾਖਨਹਾਰ ਦਇਆਲਾ। ਇਹ ਰੱਖਿਆ ਕਰਨ ਵਾਲੇ ਦਿਆਲੂ ਰੱਖਿਆ ਕਰੋ। ਨਾਨਕ ਘਰ ਕੇ ਅਸੀਂ ਤੇਰੇ ਘਰ ਦੇ ਗੋਲੇ ਦਾਸ ਹਾਂ। ਮਹਾਰਾਜ ਰਣਜੀਤ ਸਿੰਘ ਜੀ ਲਿਆਉਂਦੇ ਸੀ ਨਾ ਦਰਬਾਰ ਸਾਹਿਬ, ਕੋਈ ਬਾਡੀਗਾਰਡ ਨਹੀਂ, ਨੰਗੇ ਚਰਨ ਸਿਰਪੱਟ। ਅੱਜ ਮੈਂ ਗੁਰੂ ਰਾਮਦਾਸ ਦੇ ਚਰਨ ਚੱਲਿਆ, ਉਹਦੇ ਨਾਲੋਂ ਵੱਡਾ ਬਾਡੀਗਾਰਡ ਕਿਹੜਾ? ਪਾਤਸ਼ਾਹ। ਇੱਕ ਅੱਖ ਸੀਤਲਾ ਨਾਲ ਚਲੇ ਗਈ ਸੀ ਮਾਤਾ ਨਾਲ, ਇੱਕ ਅੱਖ ਸੀ, ਉੱਤੇ ਪੱਟੀ ਬੰਨ੍ਹ ਕੇ ਮੱਥਾ ਟੇਕਣ। ਮਹਾਰਾਜ ਇਹ ਕੀ ਗੱਲ? ਕਹਿੰਦੇ ਮੈਨੂੰ ਇਹ ਭਾਸ ਹੁੰਦਾ, ਪਤਾ ਨਹੀਂ ਮੈਂ ਇੱਕ ਅੱਖ ਨਾਲ ਪਿਛਲੇ ਜਨਮ ਸੰਗਤ ਦਾ ਬੁਰਾ ਤੱਕਦਾ ਰਿਹਾ ਕਾਣਾ, ਕਿਤੇ ਇਹਦਾ ਬੁਰਾ ਨਾ ਤੱਕਿਆ ਜਾਵਾਂ, ਗਾਹਾਂ ਅੰਨਾ ਹੋ ਜਾਵਾਂ। ਦੇਖੋ ਸੋਚ ਦੇਖੋ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੋਚ। ਅਤੇ ਅਸੀਂ ਦੇਖੋ ਕਿੱਥੇ ਖੜ੍ਹੇ ਹਾਂ। ਉਹਨਾਂ ਲੋਕਾਂ ਨੂੰ ਐਵੇਂ ਵੀ ਬਰਕਤਾਂ ਮਿਲੀਆਂ, ਉਹਨਾਂ ਦੇ ਅੰਦਰ ਬਰਕਤਾਂ ਵਾਲੇ ਕੰਮ ਸੀ। ਉਹਨਾਂ ਗੁਰਸਿੱਖਾਂ ਨੇ ਕਿਵੇਂ ਘਾਲਣਾ, ਘਾਲ ਕੇ ਬਾਬਾ ਸਾਹਿਬ ਬੇਦੀ ਨੇ ਅੰਮ੍ਰਿਤ ਛਕਾਇਆ। ਕਹਿੰਦੇ 25 ਸ੍ਰੀ ਜਪਜੀ ਸਾਹਿਬ ਰੋਜ਼ ਕਰਨੇ ਪੈਣੇ ਆ। ਇਹ ਸਾਰੀ ਬਰਕਤ ਇਹਦੇ 'ਚੋਂ ਮਿਲੂਗੀ ਜੇ ਨਾਮ ਬਾਣੀ ਨਾਲ ਜੁੜੇ ਰਹੋਗੇ। ਸੋ ਇਸ ਵਾਸਤੇ ਗੁਰਮੁਖ ਪਿਆਰਿਓ, ਉਹਨਾਂ ਲੋਕਾਂ ਨੂੰ ਇਹ ਬਖਸ਼ਾਂ ਮਿਲੀਆਂ। ਸ਼ਾਹੀ ਅਨਪੜ੍ਹ, ਸ਼ਾਹੀ ਸਾਰੇ ਥਾਣੇਦਾਰ ਤਹਿਸੀਲਦਾਰਾਂ ਦੇ ਨਾਂ ਚੇਤੇ, 13,000 ਪਿੰਡ ਸਾਰਿਆਂ ਦੇ ਨਾਂ ਚੇਤੇ। ਅਤੇ ਆਪਾਂ ਨੂੰ ਆਪਣਾ ਫੋਨ ਹੀ ਨਹੀਂ ਚੇਤੇ ਰਹਿੰਦਾ। ਉਹ ਵੀ ਫੋਨ 'ਚ ਦੇਖੀਦਾ ਨੰਬਰ ਕਿਹੜਾ। ਗੱਜ ਕੇ ਬੋਲੋ। ਨਾ ਪੜ੍ਹੇ ਲਿਖੇ ਜ਼ਿਆਦਾ, ਪੜ੍ਹਿਆ ਲਿਖਿਆ ਨੂੰ ਦੇਖ ਲਿਓ ਤੁਸੀਂ, 2 ਨੰਬਰ ਨਹੀਂ ਯਾਦ, ਪਰ ਉਹਦੇ ਅੰਦਰ ਬਾਣੀ ਸੀ। ਬਾਣੀ ਨਾਲ ਅਨੁਭਵ ਖੁੱਲ੍ਹਿਆ ਹੋਇਆ ਸੀ। ਸੋ ਇਸ ਕਰਕੇ ਸਤਸੰਗੀਓ, ਕਿਸੇ ਗੁਰਸਿੱਖ ਦਾ ਜੀਵਨ ਬਾਚੋ ਬੜੇ ਅਸਚਰਜ ਹੋ ਜਾਈਦਾ ਹੈ। ਉਹ ਅਸਚਰਜਤਾ ਨਾਲ ਜੁੜਨ ਨਾਲ ਮਿਲਦੀ ਹੈ। ਅਸਚਰਜਤਾ ਵਾਹਿਗੁਰੂ ਹੈ ਨਾ, ਉਹਦੀ ਬਾਣੀ ਅਸਚਰਜ ਆ। ਜੇ ਉਹਨਾਂ ਜੁੜਾਂਗੇ, ਇਹ ਅਸਚਰਜਤਾ ਬੇਪਰਵਾਹੀ ਆ ਜਾਂਦੀ। ਅਤੇ ਜਦੋਂ ਫਿਰ ਮੁਲਤਾਨ ਜਿੱਤਿਆ, ਊਨਾ ਸਾਹਿਬ ਗਏ ਅਤੇ ਬੇਦੀ ਸਾਹਿਬ ਕਹਿੰਦੇ ਵੀ ਰਾਜ ਤਾਂ ਦਿੱਤਾ ਬਾਬਾ ਸਾਹਿਬ ਨੇ, ਦੇਖੀਏ ਹੰਕਾਰ ਤਾਂ ਨਹੀਂ ਆ ਗਿਆ। ਉਹਨੇ ਕਹਾਣੀ ਕਰਾ ਲਈ, ਵਿੱਚ ਪਲੰਗ ਡਾਹ ਲਿਆ। ਬੜੇ ਜਰਨੈਲ ਨਾਲ ਮਹਾਰਾਜਾ ਰਣਜੀਤ ਸਿੰਘ, ਮਰੀ ਸਿੰਘ ਨਲੂਏ, ਅਕਾਲੀ ਫੂਲਾ ਸਿੰਘ, ਬੜੇ ਜਰਨੈਲ ਕੜਾਚ ਕਰਦਾ ਜਾ ਵੜਿਆ ਵਿੱਚ। ਉਹ ਕਹਿੰਦੇ ਹੱਦ ਹੋ ਗਈ, ਸੰਤ ਕੋ ਆਇਆ। ਕਿਸ ਤਰ੍ਹਾਂ ਦਾ ਸੰਤ ਆ? ਅੱਖਾਂ ਮੀਟ ਕੇ ਬੈਠਾ। ਸਾਡੇ ਰਾਜੇ ਦੇ ਸਾਰੇ ਕੱਪੜੇ ਪਿਚਕਾਰੀਆਂ ਵੱਜ ਲਿਬੜ ਗਏ, ਮੂੰਹ ਵੀ ਭਰ ਗਿਆ, ਕਲਗੀ ਵੀ ਲਿਬੜ ਗਈ। 3.5 ਘੰਟੇ ਉਹ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਖੜਾ ਰਿਹਾ। ਅਤੇ ਬਾਬਾ ਸਾਹਿਬ ਬੇਦੀ ਨੇ ਨੇਤਰ ਨਹੀਂ ਪੁੱਟੇ। 3.5 ਕਾਣਿਆ ਇੱਥੇ ਕੀ ਲੈਣਾ ਆ? ਕਹਿੰਦੇ ਇੱਥੋਂ ਹੀ ਤਾਂ ਮਿਲ ਗਿਆ, ਜਾਵਾਂ ਕਿੱਥੇ? ਗੱਜ ਕੇ ਬੋਲੋ। ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਵੀ ਮੌਜੂਦ ਆ, ਜਿਹੜਾ ਸੁਨਹਿਰੀ ਸੋਨਾ ਪਾਇਆ ਸ਼ਾਹੀ 'ਚ ਲਿਖਿਆ ਹੋਇਆ, ਉੱਥੇ ਅੱਜ ਵੀ ਮੌਜੂਦ ਆ। ਪਟਾ ਭੇਟ ਕੀਤਾ ਸ਼ਾਹੇ ਸ਼ਹਿਨਸ਼ਾਹ 2 ਜਹਾਨਾਂ ਬਾਲੀ ਬਾਬਾ ਸਾਹਿਬ ਸਿੰਘ ਬੇਦੀ। ਇੰਨੀ ਸ਼ਰਧਾ ਸੀ। ਅੱਜ ਅਸੀਂ ਹੰਕਾਰ ਨਾਲ ਆਫਰੇ ਫਿਰਦੇ ਹਾਂ, ਕਿਸੇ ਦਾ ਸਤਿਕਾਰ ਕਰਨਾ ਹੀ ਭੁੱਲ ਗਏ, ਬੰਦਗੀ ਵਾਲੇ ਦਾ ਸਤਿਕਾਰ ਕਰਨਾ ਭੁੱਲ ਗਏ। ਅਤੇ ਲੈਣਾ ਦੇਣਾ ਕੀ ਹੈ? ਉਹਨਾਂ ਲੋਕਾਂ ਨੇ ਕਮਾਈਆਂ ਕੀਤੀਆਂ ਤਾਂ ਜਿਹੜੇ ਰੁਤਬਿਆਂ 'ਤੇ ਉਹ ਪਹੁੰਚੇ ਸੀ। ਇਸ ਕਰਕੇ ਸਤਸੰਗੀਓ, ਇਹ ਬਾਣੀ ਕਹਿੰਦੀ ਹੈ ਨਾਨਕ ਘਰ ਕੇ ਗੋਲੇ, ਇਸ ਘਰ ਦੇ ਗੋਲੇ ਬਣ ਜਾਓ, ਦਾਸ ਬਣ ਜਾਓ। ਇਹ ਦਾਸਾਂ ਦਾ ਪੰਥ ਆ। ਜਿਹੜਾ ਦਾਸ ਬਣ ਜਾਂਦਾ ਨਾ, ਉਹਨੂੰ ਬਖਸ਼ਿਸ਼ਾਂ ਮਿਲ ਜਾਂਦੀਆਂ। ਦਾਸ ਭਾਈ ਲਹਿਣਾ ਦਾਸ ਬਣਿਆ। ਗੁਰੂ ਅਮਰਦਾਸ ਸਾਹਿਬ ਤਾਂ ਕੁੜਮ ਸੀ, ਪਰ ਬਣਿਆ ਦਾਸ। ਭਾਈ ਜੇਠਾ ਜਵਾਈ ਸੀ, ਦਾਸ ਬਣਿਆ।
ਧੰਨ ਗੁਰੂ ਅਰਜਨ ਸਾਹਿਬ ਸਾਹਿਬਜ਼ਾਦੇ ਸੀ, ਦਾਸ ਬਣੇ। ਇਹ ਨਹੀਂ ਮੇਰਾ ਪਿਓ ਗੁਰੂ ਆ ਅਤੇ ਮੈਨੂੰ ਕੀ ਲੋੜ ਹੈ ਸੇਵਾ ਕਰਨ ਦੀ। ਗੱਜ ਕੇ ਬੋਲੋ। ਸ੍ਰੀ ਵਾਹਿਗੁਰੂ ਜੀ। ਇਹ ਦਾਸਾਂ ਦਾ ਪੰਥ। ਇਸ ਕਰਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ, ਬਖਸ਼ਿਸ਼ ਕਰਨ। ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਔਰ ਸਾਰੇ ਸੇਵਾਦਾਰਾਂ ਦਾ, ਸਮੂਹ ਸੰਗਤ ਦਾ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।